ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਇੱਕ ਪਾਸੇ ਤਾਂ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਜਿਹੜਾ ਤਕਰਾਰ ਅਸੀਂ ਦੇਖਣ ਨੂੰ ਮਿਲਿਆ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕਾਫੀ ਜਦੋਜਹਿਦ ਹੋਈ। ਹਾਲਾਂਕਿ ਹੁਣ ਸਰਕਾਰ ਮੰਨ ਗਈ ਹੈ। ਪਹਿਲਾਂ 10 ਦਿਨ ਦਾ ਸਮਾਂ ਦਿੱਤਾ ਸੀ ਕਿ ਅੱਗੇ ਜਾ ਕੇ 11 ਤਰੀਕ ਤੋਂ ਸ਼ੁਰੂ ਕਰਾਂਗੇ। ਹੁਣ ਅੱਜ ਐਤਵਾਰ ਤੋਂ ਜਿਹੜੀ ਇਹ ਖਰੀਦ ਝੋਨੇ ਦੀ ਸ਼ੁਰੂ ਕਰ ਦਿੱਤੀ ਹੈ ਮੰਡੀਆਂ ਦੇ ਵਿੱਚ। ਫੇਰ ਕਿਸਾਨਾਂ ਦੀ ਉਦਾਂ ਹੀ ਗਹਿਮਾ ਗਹਿਮੀ ਜਿਹੜੀ ਉਹਨਾਂ ਦੀ ਫਸਲ ਹੈ ਉਹ ਚੁੱਕੀ ਜਾਣੀ ਆ। ਤਿਆਰੀਆਂ ਇੱਧਰ ਪੰਜਾਬ ਵਾਲੇ ਵੀ ਕਰੀ ਬੈਠੇ ਸੀ। ਉਂਗਲ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਤੇ ਉੱਠਦੀ ਸੀ ਕਿ ਕੈਪਟਨ ਸਾਹਿਬ ਉੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਜਾਂ ਕੋਈ ਨਾ ਕੋਈ ਇਹੋ ਜਿਹੀ ਗੇਮ ਖੇਡ ਕੇ ਆਏ ਹੋਣੇ। ਇਹ ਸਿਆਸੀ ਤੌਰ ਤੇ ਇਲਜ਼ਾਮਬਾਜ਼ੀ ਹੈ। ਇਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਨਾਲੋਂ ਨਾਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿ ਰਹੇ ਨੇ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੀਆਂ ਤਮਾਮ ਸਿਆਸੀ ਪਾਰਟੀਆਂ ਨੇ ਉਹ ਹੁਣ ਧੋਖਾਧੜੀ ਕਰ ਰਹੀਆਂ ਨੇ, ਸਿਆਸੀ ਤੌਰ ਦੇ ਉੱਤੇ ਉਹ ਲਾਹਾ ਲੈਣਾ ਚਾਹੁੰਦੀਆਂ ਨੇ, ਜਦ ਕਿ ਇਹ ਆਪ ਪਹਿਲਾਂ ਹੀ ਸਾਰਾ ਕੁਝ ਕਰਦੇ ਰਹੇ ਨੇ। ਇਹ ਨਾਲ ਹੀ ਇਹਨਾਂ ਕਾਨੂੰਨਾਂ ਦੇ ਮਸਲੇ ਦੇ ਵਿੱਚ ਤੇ ਉਧਰ ਜਦੋਂ ਅਸੀਂ ਝੋਨੇ ਦੀ ਗੱਲ ਕਰਦੇ ਹਾਂ ਤਾਂ ਸੂਬਿਆਂ ਦੇ ਵਿੱਚ, ਜਿਵੇਂ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆ ਕੇ ਫਸਲ ਵਿਕਣੀ, ਪਹਿਲਾਂ ਵੀ ਟਰੱਕ ਫੜੇ ਜਾਂਦੇ ਰਹੇ ਨੇ। ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਗ੍ਰਹਿ ਮੰਤਰੀ ਨੇ ਤੇ ਉਹ ਇਹ ਗੱਲ ਕਹਿ ਰਹੇ ਨੇ ਕਿ ਜੇਕਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਵੀ ਏਦਾਂ ਟਰੱਕ ਬਾਹਰ ਸੂਬੇ ਤੋਂ ਲਿਆ ਕੇ ਵੇਚਦਾ ਝੋਨੇ ਦਾ ਜਾਂ ਫਸਲ ਦਾ, ਤਾਂ ਉਸ ਜ਼ਿਲ੍ਹੇ ਦੇ ਐਸਐਸਪੀ ਦੇ ਉੱਤੇ ਕਾਰਵਾਈ ਹੋਏਗੀ। ਇਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਪ੍ਰੋਫੈਸਰ। ਕਿਸ ਤਰ੍ਹਾਂ ਦੇਖਿਆ ਜਾਏ ਕਿਸਾਨਾਂ ਦਾ ਪ੍ਰੈਸ਼ਰ ਇੰਨਾ ਵੱਡਾ ਕਿ ਸਰਕਾਰ ਨੂੰ ਆਪਣਾ ਫੈਸਲਾ ਬਦਲਣਾ ਪਿਆ? ਪਹਿਲਾਂ ਕਹਿੰਦੇ ਨਵੀਂ ਹੈ ਝੋਨੇ 'ਚ। ਨਵੀਂ ਇਹੀ ਗੱਲ ਆ, ਤੁਸੀਂ ਲਾਸਟ ਗੱਲ ਬੜੀ ਸੋਹਣੀ ਕਹੀ ਹੈ ਵੀ ਨਵੀਂ 5 ਮਿੰਟਾਂ 'ਚ ਹੀ ਉੱਡ ਗਈ ਸਾਰੀ, ਜਿਹੜੀ ਕਿਤੇ 10 ਦਿਨ ਲੱਗਣੇ ਸੀ ਸੁੱਕਣ ਲਈ ਧਾਨ ਨੂੰ। ਜਾਣੀ ਜਦੋਂ ਲੋਕਾਂ ਦੇ ਲਫੇੜੇ, ਰਾਜਨੀਤਿਕ ਲਫੇੜੇ ਪੈਣ ਲੱਗਦੇ ਨਾ, ਵੱਡੇ ਵੱਡੇ ਲੀਡਰਾਂ ਦੀਆਂ ਹੋਸ਼ਾਂ ਟਿਕਾਣੇ ਤੇ ਆ ਜਾਂਦੀਆਂ। ਇਹ ਜਾਣਬੁੱਝ ਕੇ ਸ਼ਰਾਰਤ ਸੀ। ਹਰ ਸਾਲ ਤਕਰੀਬਨ 1 ਤਰੀਕ ਨੂੰ, ਐਤਕੀ ਦੇ ਹਰਿਆਣੇ 'ਚ ਤਾਂ ਕਹਿੰਦੇ ਸੀ ਅਸੀਂ ਪਿਛਲੇ ਮਹੀਨੇ ਦੀ 25 ਤਰੀਕ ਨੂੰ ਹੀ ਸ਼ੁਰੂ ਕਰ ਦੇਣੀ ਖਰੀਦ। ਫਿਰ ਇਹ 1 ਨੂੰ ਕਿਹਾ ਇਹਨਾਂ ਨੇ, ਫਿਰ 11 ਨੂੰ ਕਰਤਾ। ਇਹ ਚਾਹੁੰਦੇ ਸੀਗੇ ਕਿ ਅਸੀਂ ਖੱਜਲ ਖੁਆਰੀ ਕਿਸਾਨਾਂ ਦੀ ਕਰੀਏ, ਵੀ ਹੋਰ ਤੇ ਕੁਝ ਨਹੀਂ ਕਰ ਸਕਦੇ। ਪੈਸਾ ਸੈਂਟਰ 'ਚੋਂ ਆਉਣਾ, ਸੈਂਟਰ ਦੀਆਂ ਏਜੰਸੀਆਂ ਨੇ ਖਰੀਦਣਾ। ਜੇ ਪੰਜਾਬ ਦੀਆਂ ਏਜੰਸੀਆਂ ਵੀ ਖਰੀਦਣਗੀਆਂ, ਉਹ ਸੈਂਟਰ ਦੇ ਬਿਹਾਫ ਤੇ ਖਰੀਦਣਗੀਆਂ ਤਾਂ ਜੇ ਪੈਸਾ ਉੱਥੋਂ ਰਿਲੀਜ਼ ਹੋਊਗਾ, ਸਿਗਨਲ ਮਿਲੂਗਾ। ਤੇ ਇੰਨਾ ਪੈਸਾ ਕਿਸੇ ਕੋਲ ਨਹੀਂ। 40-50 ਹਜ਼ਾਰ ਕਰੋੜ ਰੁਪਇਆ ਜ਼ਿਆਦਾ ਵੀ ਲੱਗ ਸਕਦਾ। ਇਸ ਲਈ ਇਹ ਦਬਾਅ ਜਦੋਂ ਬਣਿਆ ਨਾ, ਜਦੋਂ ਵੇਖਿਆ ਕਿਸਾਨਾਂ ਨੇ, ਇਹ ਸਾਨੂੰ ਸਬਕ ਸਿਖਾਉਣ ਦਾ ਕੰਮ ਆ ਵੀ ਸਿੱਧੇ ਤੌਰ ਤੇ ਕਾਨੂੰਨ ਲਾਗੂ ਹੋ ਨਹੀਂ ਰਹੇ, ਨਾ ਹੋਣੇ ਆ। ਅਸਿੱਧੇ ਤੌਰ ਤੇ ਲਾਗੂ ਕਰ ਦਿਓ। ਬਹਾਨਾ ਪਾ ਦਿਓ ਵੀ ਨਵੀਂ ਬੜੀ ਆ, ਜਿਵੇਂ ਪਾਣੀ ਚੋਂ ਭਿਉਂ ਝੋਨਾ ਬਾਹਰ ਕੱਢ ਕੇ ਮੰਡੀ ਤੇ ਲਈ ਆਉਂਦੇ ਆ। ਇਹ ਗੱਲ ਤੇ ਹੈ ਨਹੀਂ। ਕੱਲ ਤੁਹਾਨੂੰ ਪਤਾ ਅਕਾਲੀ ਦਲ ਟਰਾਲੀ ਭਰ ਕੇ ਮੰਡੀ ਦੇ ਵਿੱਚ ਇੱਕ ਝੋਨਾ ਲੈ ਕੇ ਆਏ ਸੀ ਤੇ ਸਾਰੇ ਬੰਦੇ ਇਹਨਾਂ ਨੇ ਬੁਲਾਏ ਉੱਥੇ ਆਪਣੇ ਮਹਿਕਮੇ ਦੇ, ਮੰਡੀ ਬੋਰਡ ਦੇ, ਜਿਨ੍ਹਾਂ ਨੇ ਖਰੀਦਣੀ ਹੁੰਦੀ ਸਰਕਾਰੀ। ਉਹਨਾਂ ਨੂੰ ਕਿਹਾ ਕਿ ਵੇਖੋ ਸਾਰਾ ਝੋਨਾ ਲੈ ਕੇ ਤੇ ਉਹਦੇ 'ਚ ਮੋਇਸਚਰ ਦੇਖੋ, ਸਾਡੇ ਸਾਹਮਣੇ ਦੇਖੋ 12% ਨਿਕਲਿਆ, ਜਦ ਕਿ 17-18% ਅਲਾਉਡ ਹੈ। ਇਸ ਲਈ ਇਹ ਤੇ ਸੀਗਾ ਇੱਕ ਬਹਾਨਾ। ਅਸਲੇ ਮਾਅਨਿਆਂ ਵਿੱਚ ਕੀ ਕਰਨਾ ਸੀ ਵੀ ਸਰਕਾਰ 10-12 ਦਿਨ ਨਹੀਂ ਖਰੀਦੂਗੀ, ਆੜਤੀਆਂ ਨੂੰ ਕਰਨ 'ਚ ਫੂਕ ਮਾਰਤੀ ਕਿ ਤੁਸੀਂ ਪ੍ਰਾਈਵੇਟ ਲੋਕਾਂ ਨੂੰ ਚੁਕਾ ਦਿਓ। ਹੁਣ ਪ੍ਰਾਈਵੇਟ ਲੋਕ ਇੰਨੇ ਕੁ 'ਚ ਲੁੱਟ ਬਥੇਰਿਆਂ ਦੀ ਹੋ ਜਾਣੀ ਸੀ। ਉਹ MSP ਦਿੰਦੇ ਜਾਂ ਨਹੀਂ ਦਿੰਦੇ, ਇਹ ਤੇ ਉਹਨਾਂ ਦੀ ਵਸਦੀ ਹੈ। ਉਹਨਾਂ ਦੇ ਕਿਸਾਨ ਤੇ ਨਹੀਂ ਨਾ ਉਹਨਾਂ ਨੂੰ ਕਹਿ ਸਕਦੇ ਕਿ ਮੇਰਾ ਝੋਨਾ ਇੰਨੇ ਦਾ ਲਓ ਬਈ, ਇਹ ਇੰਨੀ ਤੁਹਾਡੀ ਗਰੰਟੀ ਹੈਗੀ ਹੈ, ਸਾਨੂੰ ਇੰਨਾ ਸਰਕਾਰ ਨੇ ਕਿਹਾ, ਉਹ MSP ਤੋਂ ਥੱਲੇ ਅਸੀਂ ਨਹੀਂ ਵੇਚਾਂਗੇ। ਪ੍ਰਾਈਵੇਟ ਦੀ ਮਰਜ਼ੀ, ਉਹ ਖਰੀਦੇ, ਪ੍ਰਾਈਵੇਟ ਦੀ ਬੋਲੀ ਲੱਗਣੀ ਆ, ਢੇਰੀ ਦੀ ਨਾ ਖਰੀਦੇ। ਇਹ ਜਿਹੜਾ ਕਿਸਾਨਾਂ ਦਾ ਇੰਨੀ ਚੜ੍ਹਤ ਦੇ ਦੌਰਾਨ ਜੇ ਇੰਨੀ ਜੁਰਤ ਕਰ ਰਹੀ ਆ BJP, ਇਹ ਸਮਝੋ ਵੀ ਜਿੱਦਣ ਇਹ ਉੱਥੇ ਝੰਡੇ ਬੁੰਗੇ ਚੁੱਕ ਕੇ ਆਪਣਾ ਸਮਾਨ ਚੁੱਕ ਕੇ ਘਰੋਂ ਘਰੀ ਵਾਪਸ ਆ ਜਾਣਗੇ, ਜਿੱਤ ਤੋਂ ਬਾਅਦ, ਕਾਲੇ ਕਾਨੂੰਨ ਵਾਪਸ ਹੋਣ ਤੋਂ ਬਾਅਦ, ਇਹ ਫਿਰ ਕਿੰਨੇ ਟਕਵਾਂਜ, ਕਿੰਨੀਆਂ ਬੇਕਰਤੂਤੀਆਂ, ਕਿੰਨੇ ਕਿਸਮ ਦੀਆਂ ਹੋਰ ਕਾਲੀਆਂ ਕਰਤੂਤਾਂ ਕਰਨਗੇ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇੰਨੀ ਮੂਵਮੈਂਟ ਦੇ ਹੁੰਦਿਆਂ ਹੋਇਆਂ ਜੇ ਇਸ ਤਰ੍ਹਾਂ ਕਰਦੇ ਆ, ਤੇ ਕੱਲ ਨੂੰ ਜਦੋਂ ਮੂਵਮੈਂਟ ਆਪਣੇ ਇੱਕ ਦਿਨ ਕਿਸਾਨਾਂ ਨੇ ਆਪੋ ਆਪਣੇ ਘਰੋਂ ਘਰੀ ਆਉਣਾ ਹੀ ਆ, ਫਿਰ ਕੀ ਕੁਛ ਕਰਨਗੇ, ਕਿ ਫਿਰ ਉਹਨਾਂ ਦੇ ਨਾਲ ਧੋਖਾਧੜੀ ਕਿਹੋ ਜਿਹੀ ਕਰਨਗੇ, ਕਿੰਨੀ ਖੱਜਲ ਖੁਆਰੀ ਕਰਨਗੇ। ਇਹ ਤੇ ਵੱਡਾ ਹੀ ਕੰਮ ਇਹਨਾਂ ਨੂੰ, ਕਿਸਾਨਾਂ ਨੂੰ ਸੋਚਣਾ ਪੈਣਾ। ਇਹ ਪਲੇਟਫਾਰਮ ਜਿਹੜਾ ਬਣਿਆ ਉਹਨੂੰ ਮਜ਼ਬੂਤ ਰੱਖਣਾ ਪੈਣਾ, ਉਹਨੂੰ ਲਗਾਤਾਰ ਰੱਖਣਾ ਪੈਣਾ, ਤਾਂ ਜਾ ਕੇ ਬਚਾਅ ਹੋ ਸਕਦਾ। ਜੇ ਇਸ ਨੂੰ ਸਿਰਫ ਇਹਨਾਂ 3 ਮੁੱਦਿਆਂ ਨਾਲ ਜੋੜ ਕੇ ਰੱਖਿਆ ਸੁਖਵਿੰਦਰ, ਉਹ ਮੁੱਦੇ ਤੇ ਖਤਮ ਹੋ ਜਾਣਗੇ, ਗਾਏ ਬਗਾਏ ਹੋ ਹੀ ਜਾਣਗੇ।
ਉਦੋਂ ਬਾਅਦ ਫਿਰ ਸਰਕਾਰ ਹਾਵੀ ਹੋਊਗੀ, ਉਹਨੂੰ ਕਹਿਣਗੇ ਵੀ ਹੁਣ ਆਪੋ ਆਪਣੇ ਘਰ ਹੀ ਚਲੇ ਗਏ, ਮੁੜ ਕੇ ਕਿਹੜੇ ਇਕੱਠੇ ਹੋਣੇ ਆ, ਹੁਣ ਆਪਣੀਆਂ ਚੰਮਦੀਆਂ ਚਲਾਓ। ਮੇਰੇ ਮਨ ਵਿੱਚ ਅੱਜ ਆ ਰਿਹਾ ਸੀਗਾ ਇਸੇ ਗੱਲ ਨਾਲ ਸੰਬੰਧਿਤ ਕਿ ਬਹੁਤ ਦਬਾਅ ਪੈ ਰਿਹਾ ਕਿ ਜਦ ਤੱਕ ਸੱਤਾ 'ਚ ਨਹੀਂ ਜਾਓਗੇ, ਕਿਸਾਨ ਸੱਤਾ 'ਚ ਨਹੀਂ ਜਾਣਗੇ, ਉਦੋਂ ਤੱਕ ਇਹ ਆਪਣੇ ਆਪ ਨੂੰ ਬਚਾ ਨਹੀਂ ਸਕਦੇ, ਆਪਣੇ ਆਪ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ। ਸੱਤਾ 'ਚ ਜਾਣਗੇ ਤੇ ਉਹ ਤੇ ਸੂਬਿਆਂ 'ਚ ਹੀ ਜਾਣਗੇ। ਬਿੱਲ ਤੇ ਕੇਂਦਰ ਲੈ ਕੇ ਆਇਆ ਸਮੁੱਚੇ, ਜਿਵੇਂ ਮੋਦੀ ਖੁਦ ਕਹਿ ਰਿਹਾ ਕਿ ਵਿਰੋਧੀ ਪਾਰਟੀਆਂ ਵੀ ਪਹਿਲਾਂ ਸਹਿਮਤੀ ਦੇ ਰਹੀਆਂ ਸੀ। ਵਿਰੋਧੀ ਪਾਰਟੀਆਂ ਚੋਂ ਖਾਸ ਕਰਕੇ ਮੈਂ ਬਾਕੀ ਦਿਨ ਤੇ ਛੱਡ ਲਓ, ਕਾਂਗਰਸ ਦਾ ਤੇ ਏਜੰਡਾ ਇਹੋ ਜਿਹਾ ਹੀ ਰਿਹਾ, ਲਿਬਰਲ ਏਜੰਡਾ ਹੀ ਹੈ, ਉਦਾਰਵਾਦੀ ਏਜੰਡਾ ਹੈ, ਉਹ ਵੀ ਇਹੋ ਕੁਝ ਕਰਦੇ ਰਹੇ। ਉਹ ਹੌਲੀ ਹੌਲੀ ਕਰਦੇ ਸੀ, ਇਹਨਾਂ ਨੇ ਹਾਈ ਸਪੀਡ 'ਚ ਕਰਤਾ। ਉਹ ਪ੍ਰਚੂਨ 'ਚ ਕਰਦੇ ਸੀ, ਇਹਨਾਂ ਨੇ ਥੋਕ ਦੇ ਭਾਅ ਉਹ ਕੰਮ ਸ਼ੁਰੂ ਕਰਤੇ। ਏਅਰ ਇੰਡੀਆ ਤੇ ਵੇਚ ਹੀ ਦਿੱਤਾ, ਟਾਟਾ ਦਾ ਲਾਤਾ ਨੰਬਰ, ਇਹ ਬਾਕੀ ਵੀ ਹੌਲੀ ਹੌਲੀ ਉਹਨੂੰ ਵੇਚ ਦੇਣਗੇ, ਸਾਰਾ ਦੇਸ਼ ਜਿਹੜਾ ਵੇਚ ਕੇ ਪ੍ਰਾਈਵੇਟਾਂ ਨੂੰ ਦੇ ਦੇਣਗੇ। ਬਹੁਤ ਵੱਡੀ ਗਿਣਤੀ 'ਚ ਬੇਰੁਜ਼ਗਾਰੀ ਹੋਊਗੀ, ਬਹੁਤ ਵੱਡੀ ਗਿਣਤੀ 'ਚ ਲੋਕਾਂ ਦੀ ਖੱਜਲ ਖੁਆਰੀ ਵੀ ਹੋਊਗੀ। ਇਹ ਦੇਸ਼ ਦੇ ਵਿੱਚ ਵੱਡੇ ਸੰਕਟ ਆਉਣ ਵਾਲੇ ਆ, ਮੋਦੀ ਉਹਨਾਂ ਦੇ ਕਾਰਨ ਹੋਊਗਾ। ਮੈਂ ਇਸੇ ਕਰਕੇ ਕਹਿਣਾ ਕਿ ਜਿਹੜਾ ਰਾਜਨੀਤੀ ਦਾ ਸਾਨੂੰ ਵੀ ਕਦੀ ਫੁਰਨਾ ਫੁਰਦਾ ਆ ਵੀ ਹਾਂ ਯਾਰ ਗੱਲ ਤੇ ਠੀਕ ਆ, ਜਿਵੇਂ ਚੜੂਨੀ ਨੂੰ ਤੇ ਰੋਜ਼ ਹੀ ਫੁਰਦਾ ਮਿਸ਼ਨ ਪੰਜਾਬ ਕਰਕੇ ਕਿ ਆਪਾਂ ਇੱਕ ਵਾਰੀ ਪਤਾ ਨਹੀਂ ਚਰਨਜੀਤ ਸਿੰਘ ਚੰਨੀ ਵਾਂਗੂ ਟਪੂਸਣੀ ਮਾਰ ਕੇ ਗੱਦੀ ਤੇ ਚੀਫ ਮਿਨਿਸਟਰ ਦੇ ਚੜੇ ਹੀ ਬੈਠੇ ਆ। ਇੰਨਾ ਸੌਖਾ ਕੰਮ ਨਹੀਂ ਹੈ, ਕਿਸਾਨ ਵੀਰਾਂ ਨੂੰ ਸਮਝਣਾ ਚਾਹੀਦਾ। ਮੈਨੂੰ ਅੱਜ ਦੇ ਇਹਨਾਂ ਦੀਆਂ ਜਿਹੜੀਆਂ ਸਰਕਾਰ ਦੀਆਂ ਤੌਰ ਤਰੀਕੇ ਨੂੰ ਦੇਖ ਕੇ ਮੇਰੇ ਮਨ 'ਚ ਤੇ ਇਹ ਆ ਰਿਹਾ ਕਿ ਇਹਨਾਂ ਨੂੰ ਚੋਣਾਂ ਲੜਨੀਆਂ ਹੀ ਨਹੀਂ ਚਾਹੀਦੀਆਂ। ਜਿੱਦਣ ਸੁਖਵਿੰਦਰ ਇਹ ਚੋਣਾਂ ਵੱਲ ਹੋ ਗਏ, ਇਹ ਤੇ ਕਮਜ਼ੋਰ ਹੋਣਗੇ, ਕਿਉਂਕਿ ਕੁਛ ਯੂਨੀਅਨਾਂ ਇਹਨਾਂ ਦੀਆਂ ਇਹੋ ਜਿਹੀਆਂ 4-5 ਮੈਂ ਜਿਹਨਾਂ ਨੂੰ ਜਾਣਦਾ, ਜਿਹੜੀਆਂ ਪਹਿਲਾਂ ਹੀ ਚੋਣਾਂ ਲੜਦੀਆਂ, ਉਹਨਾਂ ਐਤਕੀ ਵੀ ਲੜਨੀਆਂ। ਉਹ ਤੇ ਪਾਰਟੀਆਂ ਦੇ ਵੱਲੋਂ ਲੜਨਗੀਆਂ ਨਾ, ਉਹ ਤੇ ਆਪਣੇ ਪਾਰਟੀਆਂ ਦੇ ਕਿਸਾਨਾਂ ਦੇ ਵਿੰਗ ਹੈਗੇ ਆ। ਤੇ ਜਿਵੇਂ ਰੁਲਦੂ ਸਿੰਘ ਮਾਨਸਾ ਕਿਸਾਨ ਵਿੰਗ ਆ ਉਹਨਾਂ ਦੀ ਪਾਰਟੀ ਦਾ, ਲਿਬਰੇਸ਼ਨ ਦਾ। ਮੰਗਤ ਰਾਮ ਪਾਸਲੇ ਦੀ ਜਿਹੜੀ ਲੈਫਟ ਪਾਰਟੀ ਹੈਗੀ ਹੈ, ਜਿਹੜੀ CPM ਚੋਂ ਨਿਕਲੀ ਸੀਗੀ, ਉਸ ਦਾ ਜਿਹੜਾ ਕਿਸਾਨ ਵਿੰਗ ਆ ਜਮਹੂਰੀ ਕਿਸਾਨ ਫਰੰਟ, ਜਿਹੜਾ ਜਮਹੂਰੀ ਕਿਸਾਨ ਸਭਾ ਜਿਹੜੀ ਹੈ। ਇਸ ਤਰ੍ਹਾਂ ਹੋਰ ਵੀ ਕਈ ਹੈਗੀਆਂ 4-5। ਅੱਛਾ, ਕਈ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਨੇ ਚੋਣ ਲੜਨੀ ਨਹੀਂ, ਜੋ ਮਰਜ਼ੀ ਕਰ ਲਓ। ਜਿਸ ਤਰ੍ਹਾਂ ਉਗਰਾਹਾਂ ਵਾਲੇ, ਉਹ ਸਾਫ਼ ਕਹਿੰਦੇ ਅਸੀਂ ਨਹੀਂ ਚੋਣ ਲੜਨੀ, ਉਹ ਸਭ ਤੋਂ ਵੱਡੀ ਯੂਨੀਅਨ ਹੈ। ਜਿਉਂ ਹੀ ਚੋਣ ਦਾ ਡੰਕਾ ਵੱਜਿਆ, ਇਹ ਖਿੰਡਰ ਪੁੰਡਰ ਜਾਊਗਾ ਸਾਰਾ ਕੁਝ। ਤੇ ਜੋ ਤਾਕਤ ਹੁਣ ਬਣੀ ਹੈ, ਜੋ ਤਾਕਤ ਇਹਨਾਂ ਦੀ ਜਾਣੀ, ਇਹਨਾਂ ਦਾ ਭੈ ਰਾਜਨੀਤਿਕ ਸਮੁੱਚੀ ਜਮਾਤ ਨੂੰ ਇਹਨਾਂ ਦਾ ਬਣਿਆ, ਔਰ ਇਹਨਾਂ ਦੀ ਠੁੱਕ ਬਣੀ ਹੈ ਜਿਹਨਾਂ ਨੂੰ ਕਹਿੰਦੇ ਆ, ਜਾਂ ਇਹਨਾਂ ਦੀ ਚੜ੍ਹਤ ਆ, ਜਾਂ ਇਹਨਾਂ ਦੀ ਇੱਕ ਵੀ ਬੰਦਾ ਬਿਆਨ ਦਿੰਦਾ ਅਖਬਾਰ ਫਟ ਤੇ ਨਹੀਂ ਲਾਉਂਦੇ ਆ, ਕਿਉਂਕਿ ਪਿੱਛੇ ਲੋਕ ਸ਼ਕਤੀ ਆ, ਤਾਕਤ ਆ। ਤਾਕਤ ਅਸਲ ਮਾਨੇ ਚ ਇਹਨਾਂ ਕੋਲ ਆਈ ਹੋਈ ਆ। ਜੇ ਇਹਨਾਂ ਕੋਲ ਤਾਕਤ ਨਾ ਹੋਵੇ ਤੇ ਖੱਟਰ ਔਰ ਜਿਹੜੇ ਬੋਤੀ ਫਟ ਤੇ ਨਹੀਂ ਚੁੱਕ ਜਾਂਦੇ, ਇੱਕੋ ਦਿਨ ਕੀ ਕਰ ਜਾਂਦੇ, ਚੁੱਕ ਜਾਂਦੇ। ਪੰਜਾਬੀ ਦਾ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹੜਾ ਕਹਿੰਦੇ ਹੁੰਦੇ ਆ, ਪਰ ਹੈ ਤੇ ਇੱਕੋ ਦਿਨ ਹੀ, ਇੱਕੋ ਦਿਨ ਚ ਹੀ ਹੋ ਗਿਆ ਨਾ ਸਾਰਾ। ਇੱਕੋ ਦਿਨ ਉਹਨਾਂ ਨੇ ਜਾ ਕੇ ਘੇਰਾਬੰਦੀ ਕੀਤੀ, ਆਪਣਾ ਮੁਜ਼ਾਹਰਾ ਕੀਤੇ। ਅੱਜ ਪੰਚਕੂਲੇ ਚ ਕੁੱਟਮਾਰ ਵੀ ਹੋਈ ਆ, ਬੈਰੀਕੇਡ ਤੋੜੇ ਗਏ, ਸੱਟਾਂ ਵੀ ਕਿਸਾਨਾਂ ਨੂੰ ਲੱਗੀਆਂ। ਉਹਦੇ ਚ ਹੋ ਸਕਦਾ 2-4 ਪੁਲਿਸ ਵਾਲਿਆਂ ਨੂੰ ਵੀ ਧੱਕਾ ਮੁੱਕੀ ਹੋਈ ਹੋਵੇ। ਦੇਖਣ ਨੂੰ ਅੱਜ ਸਾਰਾ ਦਿਨ ਚੱਲਦਾ ਰਿਹਾ। ਹਰਿਆਣੇ ਚ ਹੋਰ ਜਗ੍ਹਾ ਵੀ ਕਾਫੀ ਭਾਰੀ ਪ੍ਰਦਰਸ਼ਨ ਹੋਏ, ਪੰਜਾਬ ਚ ਵੀ ਸਾਰੀ ਜਗ੍ਹਾ ਪ੍ਰਦਰਸ਼ਨ ਹੋਏ, ਹਰ ਤਰੀਕੇ ਦੇ। ਪਰ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਅੱਜ ਵੀ ਸੁਖਵਿੰਦਰ 2 ਸੂਬਿਆਂ ਚ ਸਿਰਫ ਸਹਿਮਤੀ ਹੋਈ ਹੈ ਜਿੱਥੇ ਸਭ ਤੋਂ ਜ਼ਿਆਦਾ ਮੂਵਮੈਂਟ ਹੈ। ਇਹਦਾ ਮਤਲਬ ਸਮਝ ਗਏ ਹੁਣ ਤੁਸੀਂ ਮੈਂ ਕੀ ਕਹਿਣਾ ਚਾਹੁੰਦਾ? ਕਿ ਮੂਵਮੈਂਟ ਦੇ ਦਬਾਅ ਥੱਲੇ 10 ਦਿਨ ਪਹਿਲਾਂ ਇਹਨਾਂ ਨੇ ਝੋਨਾ ਇਸ ਵਾਰੀ ਖਰੀਦਣ ਲਈ ਵਾਅਦਾ ਕਰ ਲਿਆ, ਕਣਕ ਵੇਲੇ ਫਿਰ ਖੱਜਲ ਕਰਨਗੇ। ਕਿਉਂ ਕਰਨਗੇ? ਉਦੋਂ ਪਹਿਲਾਂ ਸਾਡੀਆਂ ਚੋਣਾਂ ਹੋ ਚੁੱਕੀਆਂ ਹੋਣੀਆਂ, ਤੇ ਸਾਡੇ ਜਿਹੜੇ ਕਈ ਮੇਰੇ ਵੀਰਾਂ ਨੂੰ ਬੜੀ ਤਲਖੀ, ਮਤਲਬ ਤਲਖੀ ਨਹੀਂ ਕਹਿਣਾ ਚਾਹੀਦਾ, ਬੜੀ ਅਚਵੀ ਲੱਗੀ ਹੋਈ ਆ, ਉਸਲ ਵੱਟੀਆਂ ਲੈ ਰਹੇ ਆ ਵੀ ਛੇਤੀ ਦੇਣੀ ਅਸੀਂ ਉਹ ਅਸੈਂਬਲੀ ਦੇ ਵਿੱਚ ਸੀਟ 'ਚ ਬਹਿਣਾ 에ਅਰ ਕੰਡੀਸ਼ਨ 'ਚ। ਆਪਾਂ ਸੜਕਾਂ ਤੇ ਤਕੜੇ, ਆਪਾਂ ਝੁੱਗੀਆਂ ਝੌਂਪੜੀਆਂ 'ਚ ਤਕੜੇ ਆ, ਆਪਾਂ ਆਪਣੇ ਏਕੇ ਨਾਲ ਤਕੜੇ ਆ। ਤੁਸੀਂ ਹੋਰ ਲੋਕਾਂ ਨੂੰ ਜੋੜੋ, ਸਗੋਂ ਹੋਰ ਜਗ੍ਹਾ ਤੇ ਵੀ ਇਹੋ ਜਿਹੇ ਮਹਾਜ ਬਣਾਉਣ ਲਈ ਲੋਕਾਂ ਨੂੰ ਸਿੱਖਿਅਤ ਕਰੋ, ਲੋਕਾਂ ਨੂੰ ਪ੍ਰੇਰਨਾ ਦਿਓ ਕਿ ਇਸੇ ਤਰੀਕੇ ਨਾਲ ਮਜ਼ਦੂਰ ਆਪਣੇ ਮਹਾਜ ਬਣਾਉਣ, ਇਸੇ ਤਰੀਕੇ ਨਾਲ ਟ੍ਰੇਡ ਯੂਨੀਅਨਾਂ ਆਪਣੀਆਂ ਮਹਾਜ ਬਣਾਉਣ, ਇਸੇ ਤਰੀਕੇ ਨਾਲ ਟੀਚਰ ਆਪਣੇ ਇਹੋ ਜਿਹੇ ਵੱਡੇ ਮਹਾਜ ਬਣਾਉਣ, ਤਾਂ ਕਿ ਸਮੁੱਚੇ ਸਮਾਜ ਦੇ ਅੰਦਰ ਇੱਕ ਇਹੋ ਜਿਹਾ ਵੱਡਾ ਪ੍ਰੈਸ਼ਰ ਬਣੇ ਕਿ ਇਹ ਜਿਹੜੀਆਂ ਪਾਰਟੀਆਂ ਦੋਹੀਂ ਹੱਥੀਂ ਸੱਤਾ 'ਚ ਆ ਕੇ ਪੰਜਾਬ ਤੇ ਪੰਜਾਬੀਆਂ ਨੂੰ ਤੇ ਸਾਡੀ ਅਰਥ ਵਿਵਸਥਾ ਨੂੰ ਲੁੱਟਦੀਆਂ, ਉਹ
ਡਰਦੀਆਂ ਮਾਰੀਆਂ ਪਿੱਛੇ ਹਟ ਜਾਣ ਔਰ ਆਪਣਾ ਕੰਮ ਦਾ ਰਾਹ ਫੜਨ। ਜਿਵੇਂ ਹੁਣ ਜਿਸ ਦਿਨ ਦੀ ਕੈਪਟਨ ਸਾਹਿਬ ਦੀ ਛੁੱਟੀ ਹੋਈ ਆ, ਉਹਨੂੰ ਘਰੇ ਬਿਠਾ ਲਤਾ। ਹੁਣ ਉਹ ਜਿੰਨਾ ਮਰਜ਼ੀ ਕਰੀ ਜਾਣ, ਮੈਂ ਸਿੱਧੂ ਨੂੰ ਇੰਜ ਕਰੂੰਗਾ, ਸਿੱਧੂ ਨੂੰ ਉਹ ਕਰੂੰਗਾ। ਸਿੱਧੂ ਦਾ ਕੀ ਕਰੋਗੇ? ਹੈਂ, ਉਹ ਜਿਹੜਾ ਪੰਜਾਬੀ ਚ ਕਹਿੰਦੇ ਆ ਫਿਰ ਲੰਡਾ ਜਿਹੜਾ ਖਸਮ ਖਦਾ, ਸਿੱਧੂ ਦਾ ਕੀ ਵਿਗਾੜੋਗੇ? ਉਹਨਾਂ ਦਾ, ਸਿੱਧੂ ਤੇ ਇੱਕ ਦਬੰਗ ਬੰਦਾ, ਉਹਨੇ ਤਾਂ ਕੁਝ ਲੈਣਾ ਨਹੀਂ, ਉਹਨੇ ਤੁਹਾਡੇ ਕਿਸੇ ਤੋਂ ਕੁਝ ਪਾਉਣਾ ਨਹੀਂ, ਉਹਨੇ ਕੋਈ ਝੂਠ ਨਹੀਂ ਬੋਲਣਾ, ਉਹਨੇ ਠਾਹ ਸੋਟਾ ਮਾਰਨਾ ਜਿੰਨੇ ਵੀ ਜਿੱਥੇ ਵੀ ਉਹਨੂੰ ਲੱਗਾ। ਹਾਂ, ਇਹ ਆ ਕਿ ਕਈ ਵਾਰੀ ਅਸੀਂ ਸਾਰੇ ਕਹਿੰਦੇ ਆ ਕਿ ਥੋੜਾ ਸੋਚ ਕੇ ਮਾਰਨਾ ਚਾਹੀਦਾ, ਕਿਹੜੇ ਵੇਲੇ ਸਵੇਰੇ ਮਾਰਨਾ, ਸ਼ਾਮ ਨੂੰ ਮਾਰਨਾ, ਉਹ ਤੇ ਪਤਾ ਹੀ ਨਹੀਂ ਲੱਗਣ ਦਿੰਦਾ। ਜਦੋਂ ਲੱਗਦਾ ਉਦੋਂ ਹੀ ਪਤਾ ਲੱਗਦਾ, ਜਿਵੇਂ ਰਜਾਈਨ ਹੁਣੇ ਕੀਤਾ ਸੀ। ਇਸ ਲਈ ਸਿੱਧੂ ਨੂੰ ਨਹੀਂ ਤੁਸੀਂ ਕੈਪਟਨ ਸਾਹਿਬ ਕੁਝ ਕਰ ਸਕਦੇ। ਤੁਸੀਂ ਹੁਣ ਥੱਲੇ ਡਿੱਗੇ ਹੋਏ ਆ, ਧਰਤੀ ਤੇ ਮੂੰਹ ਪਰਨੇ ਉਹਨੇ ਸੁੱਟਤਾ। ਹੁਣ ਥੱਲੇ ਬੰਦਾ ਜਿਹੜਾ ਡਿੱਗ ਪੈਂਦਾ, ਉਹ ਕਹਿੰਦਾ ਹੁੰਦਾ ਅਸੀਂ ਜਦੋਂ ਨਿਆਣੇ ਲੜਦੇ ਸੀ ਕਿ ਵੀ ਕੋਈ ਨਹੀਂ, ਐਤਕੀ ਤੇ ਮੈਂ ਡਿੱਗ ਪਿਆ, ਸਾਡੀ ਮੱਝ ਸੂ ਲੈਣ ਦੇ। ਹੁਣ ਇਹ ਵੀ ਆਪਣੀ ਮੱਝ ਦੀ ਸੂਣ ਦੀ ਉਡੀਕ ਕਰੇ, ਜਦੋਂ ਦੁੱਧ ਪੀਊਗਾ, ਤਕੜਾ ਹੋਊਗਾ, ਫੇਰ ਉਹਦੇ ਮੁਕਾਬਲੇ ਤੇ ਸਿੱਧੂ ਦੇ ਕੈਪਟਨ ਸਾਹਿਬ ਆ ਜਾਣ। ਅਜੇ ਦੇ ਆਪਣੇ ਜਿਹੜੀ ਪਹਿਲੀ ਸੱਟ ਲੱਗੀ ਹੈ ਰਾਜਨੀਤਿਕ ਸੱਟ, ਉਹਦੀ ਮਾਲਚ ਮੂਲਚ ਕਰਾਉਣ, ਥੋੜਾ ਆਪਣੇ ਆਪ ਨੂੰ ਕਾਇਮ ਕਰਨ। ਮੈਂ ਲੰਬੀ ਗੱਲ ਨਾ ਕਰਦਾ ਹੋਇਆ ਮੈਂ ਫੋਕਸ ਤੇ ਆਉਣਾ ਕਿ ਜਿਹੜੀ ਹੁਣ ਸਰਕਾਰ ਬਣੀ, ਕੈਪਟਨ ਨੂੰ ਪਰਾਂ ਕਰਕੇ, ਸਿੱਧੂ ਚੰਨੀ ਦੀ ਸਰਕਾਰ ਕਹਿ ਲਓ, ਚੰਨੀ ਸਿੱਧੂ ਦੀ ਕਹਿ ਲਓ, ਕਾਂਗਰਸ ਦੀ ਕਹਿ ਲਓ, ਮੈਂ ਉਹਨੂੰ ਕਹੂੰਗਾ ਕਿ ਸਮੁੱਚੇ ਪੰਜਾਬੀਆਂ ਦੇ ਨਕੇਲ ਸਰਕਾਰ ਦੀ ਪੰਜਾਬੀਆਂ ਦੇ ਹੱਥ 'ਚ ਆ ਜਾਂ ਆਮ ਲੋਕਾਂ ਦੇ ਹੱਥ 'ਚ। ਐਸੇ ਕੁਰਸੀਆਂ ਤੇ ਇਹ ਬੈਠੇ ਆ, ਇਹ ਗੱਲ ਸਮਝ ਪੈਂਦੀ ਹੈ, ਸਾਫ਼ ਸਮਝ ਪੈਂਦੀ ਹੈ। ਉਹ ਕਿਉਂ ਕੰਮ ਕਰ ਰਹੇ ਧੜਾ ਧੜ ਕਿ ਬਾਹਰ ਲੋਕਾਂ ਨੇ ਨਿਕਲ ਨਹੀਂ ਦੇਣਾ। ਲੋਕ ਤੇ ਕਾਲੇ ਝੰਡੇ ਇੰਨੇ ਇਕੱਠੇ ਹੋ ਗਏ, ਝੰਡਿਆਂ ਦੇ ਨਾਲ ਡੰਡੇ ਵੀ ਇਕੱਠੇ ਹੋ ਗਏ ਕਿ ਫੇਰ ਕਿਵੇਂ ਨਿਕਲੋਗੇ ਬਾਹਰ ਤੁਸੀਂ? ਹੁਣ ਉਹ ਧੜਾ ਧੜ ਟਰਾਂਸਪੋਰਟ ਦੇ ਵੀ ਕੰਮ ਹੋ ਗਏ, ਪ੍ਰਾਈਵੇਟ ਬੱਸਾਂ ਦੇ ਖੋਖੇ ਵੀ ਚੱਕ ਕੇ ਪਰਾਂ ਸੁੱਟ ਤੇ, ਇੱਕ ਆਪ ਗੱਡੀ 'ਚ ਮਿਨਿਸਟਰ ਪਹਿਲਾਂ ਐਮਐਲਏ ਐਮਪੀ ਦੀ ਸੀਟ ਹੁੰਦੀ ਸੀ ਨਾ ਬੱਸਾਂ 'ਚ, ਸਰਕਾਰੀ ਬੱਸਾਂ 'ਚ, ਇਹ ਦੁਬਾਰਾ ਸ਼ੁਰੂ ਕਰ ਦੇਣ। ਇੱਕ ਮੈਨੂੰ ਇਹ ਦੱਸੋ ਕਿ ਜਿਹੜੇ ਤੇ ਮਿਨਿਸਟਰ ਆ ਉਹਨਾਂ ਨੂੰ ਤਾਂ ਗੱਡੀ ਦੇਣੀ ਪੈਂਦੀ ਹੈ ਕਿਉਂਕਿ ਉਹ ਸਾਰੇ ਪੰਜਾਬ ਦੇ ਮਿਨਿਸਟਰ ਆ, ਉਹ ਆਪਣੇ ਹਲਕੇ ਦੇ ਮਿਨਿਸਟਰ। ਇਹ ਕੋਈ ਐਮਐਲਏ ਸਾਹਿਬਾਨ ਬੁਰਾ ਨਾ ਮਨਾਉਣ, ਇਹ ਗੱਡੀਆਂ ਕਾਹਦੇ ਲਈ ਲੈਂਦੇ? ਇਹਨਾਂ ਤੇ ਆਪਣੇ ਹਲਕੇ 'ਚ ਕੰਮ ਕਰਨਾ, ਉੱਥੇ ਆਪਣੇ ਸਾਈਕਲ ਤੇ ਜਾਣ, ਆਪਣੇ ਸਕੂਟਰ ਤੇ ਜਾਣ, ਮੋਟਰਸਾਈਕਲ ਤੇ ਚਲੇ ਜਾਣ, ਹੈ ਨਾ, ਆਪਣੇ ਹਲਕੇ 'ਚ ਹੀ ਜਾਣਾ। ਕਿਹੜਾ ਰੋਜ਼ ਹਲਕਾ ਤੁਸੀਂ ਨਾਲ, ਤੁਸੀਂ ਪੁਲਿਸ ਵਾਲੇ ਮੰਗਦੇ ਆ, ਨਾਲ ਤੁਸੀਂ ਗੱਡੀ ਮੰਗਦੇ, ਤੁਸੀਂ ਕਾਹਦੇ ਲਈ ਮੰਗਦੇ ਆ ਬਈ? ਕਿੱਥੇ ਜਾਣਾ ਤੁਸੀਂ? ਮਿਨਿਸਟਰਾਂ ਨੂੰ ਦਿਓ, ਚੀਫ ਮਿਨਿਸਟਰ ਨੂੰ ਦਿਓ, ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਕਵਰ ਕਰਨਾ। ਇਸ ਕਿਸਮ ਦੇ ਫੈਸਲੇ, ਰੈਡੀਕਲ ਫੈਸਲੇ, ਵੀਆਈਪੀ ਕਲਚਰ ਖਤਮ ਕਰਕੇ ਲੈਣੇ ਪੈਣਗੇ। ਆ ਬੱਸਾਂ ਹੁਣ ਕਿੱਥੋਂ ਪਤਾ ਲੱਗ ਗਿਆ ਵੀ ਕਿਹੜੀਆਂ ਗਲਤ ਖੋਖੇ ਪਾਈ ਬੈਠੀਆਂ ਆ? ਆਪਣੇ ਸਰਕਾਰੀ ਬੱਸ ਸਟੈਂਡਾਂ 'ਚ ਚੱਕ ਕੇ ਪਰਾਂ ਮਾਰੇ ਆ, ਤੇ ਸਾਹਮਣੇ ਹੀ ਹੋ ਰਿਹਾ ਸੀ ਨਾ ਸਾਰਾ ਕੁਝ। ਜੇ ਕਰਨਾ ਹੋਵੇ ਤੇ 24 ਘੰਟਿਆਂ 'ਚ ਸੁਖਵਿੰਦਰ ਬਹੁਤ ਕੁਝ ਹੋ ਸਕਦਾ, ਤੇ ਜੇ ਨਹੀਂ ਕਰਨਾ ਤੇ 24 ਸਾਲਾਂ 'ਚ ਵੀ ਨਹੀਂ ਹੋ ਸਕਦਾ। ਬਿਲਕੁਲ ਪਿਛਲੇ 25 ਸਾਲਾਂ 'ਚ ਜੋ ਤੁਸੀਂ ਦੇਖਿਆ ਉਹ ਨਾ ਕਰਨ ਵਾਲਿਆਂ ਗੱਲ ਸੀਗੀ। ਆਪਸ ਵਿੱਚ ਘਿਓ ਖਿਚੜੀ, ਲੋਕਾਂ ਸਾਹਮਣੇ ਚੁੰਝ ਪਸਾਈ ਕਿ ਮੈਂ ਤੇਰਾ ਛੱਡੂਗਾ ਨਹੀਂ, ਮੈਨੂੰ ਆ ਲੈਣ ਦੇ, ਮੈਂ ਖੁੰਡਾ ਲੈ ਕੇ ਆ ਰਿਹਾ। ਦੂਜਾ ਕਹਿੰਦਾ ਕੋਈ ਨਹੀਂ, ਮੈਂ ਵੀ ਤੇਗ ਚਲਾ ਦੂੰਗਾ, ਮੈਂ ਨਵਾਂ ਗੱਤਕਾ ਸਿੱਖ ਲਿਆ, ਲੋਕਾਂ ਦਾ ਬੇਵਕੂਫ ਬਣਾਉਣ ਲਈ। ਇੱਕ ਚੱਲਦਾ ਰਿਹਾ। ਹੁਣ ਕਿਸਾਨਾਂ ਦੀ ਵਜ੍ਹਾ ਦੇ ਨਾਲ, ਕਿਸਾਨ ਮੂਵਮੈਂਟ ਦੀ ਜਾਗਰਤੀ ਦੀ ਵਜ੍ਹਾ ਦੇ ਨਾਲ ਇੰਨਾ ਸਾਰਾ ਫਿਜ਼ਾ ਬਦਲ ਗਈ ਆ ਪੰਜਾਬ ਦੀ, ਹਰਿਆਣੇ ਦੀ, ਜਿੱਥੇ ਜਿੱਥੇ ਮੂਵਮੈਂਟ ਗਈ ਆ, ਸਾਰੇ ਦੇਸ਼ ਦੀ ਬਦਲਣ ਜਾ ਰਹੀ ਆ। ਮੇਰੀ ਬੇਨਤੀ ਹੋਊਗੀ ਮੇਰੇ ਕਿਸਾਨ ਵੀਰਾਂ ਨੂੰ ਵੀ ਕਿ ਇੱਧਰ ਕੋਈ ਵੀ, ਭਾਵੇਂ ਉਹ ਇੰਡੀਵਿਜੂਅਲ ਹੋਵੇ ਜਾਂ ਕੋਈ ਇੱਕ ਲੀਡਰ ਹੋਵੇ ਜਾਂ ਇੱਕ ਤੋਂ ਜ਼ਿਆਦਾ ਲੀਡਰ ਹੋਣ, ਉਹ ਇਹੋ ਜਿਹੀ ਕੋਈ ਲਾਲ ਨਾ ਟਪਕਾਉਣ ਕਿ ਅਸੀਂ ਵੀ ਉਹ ਗੱਡੀਆਂ, ਸਰਕਾਰੀ ਝੂਟੇ ਜਾਂ ਨਾਲ ਪੁਲਿਸ ਦੀ ਗਾਰਡ ਜਾਂ ਸਰਕਾਰੀ ਘਰ, ਫਿਰ ਪੁੱਛਗਿੱਛ ਸਾਰੀ, ਉਧਰ ਨੂੰ ਨਾ ਚੱਲਣ। ਆਪਾਂ ਜੁਝਾਰੂ ਤੇ ਲੜਾਕੂ ਲੋਕ ਆ। ਅਸੀਂ ਸਰਕਾਰ ਅਸਲ 'ਚ ਸ਼ਕਤੀ, ਸੱਤਾ, ਅਸਲ ਮਾਨਿਆਂ ਦੀ ਜਿਹੜੀ ਸੱਤਾ ਜਿਹੜੀ ਡਰਾਈਵ ਕਰਦੀ ਆ ਕਿਸੇ ਵੀ ਸਿਸਟਮ ਨੂੰ, ਉਹ ਸੁਖਵਿੰਦਰ ਇਹਨਾਂ ਕੋਲ ਕਿਸਾਨ ਵੀਰਾਂ ਕੋ ਆ ਚੁੱਕੀ ਹੈ। ਐਵੇਂ ਨਹੀਂ ਮੋਦੀ ਤੱਕ ਥਰ 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 ਕੰਬ ਰਿਹਾ। ਹੁਣ ਜਿਹੜਾ ਮੋਦੀ ਦਾ ਇਹ ਵੀ ਕਹਿਣਾ ਆ ਕਿ ਮੇਰੇ ਵਿਰੋਧੀ ਪਾਰਟੀਆਂ ਜੀ ਦੇਖੋ ਤੇ ਨਾਲ ਹੀ ਸੀਗੀਆਂ, ਹੁਣ ਕੀ ਹੋ ਗਿਆ? ਜਾਣੀ ਉਹ ਕੱਲਾ ਰਹਿ ਗਿਆ। ਹੁਣ ਉਹ ਬੈਠਾ ਰੋ ਰਿਹਾ, ਰੋ ਨਹੀਂ ਸਕਦਾ, ਕੋਈ ਮਨ 'ਚ ਵੀ ਨਹੀਂ ਆ ਰਹੀ ਗੱਲ। ਰੋਣ ਦੀ ਜਗ੍ਹਾ ਹਿੰਮਤ ਕਰੋ, ਸ਼ੇਰ ਬਣੋ। ਜਿਹੋ ਜਿਹੀਆਂ ਦਹਾੜਾਂ ਪਹਿਲਾਂ 56 ਇੰਚ ਦਾ ਜਿਹੜਾ ਤੁਹਾਡਾ ਸੀਨਾ, ਉਹਨੂੰ ਲੈ ਕੇ ਅੱਗੇ ਆਓ, ਉਹ 'ਚ ਹੋਰ ਹਵਾ ਭਰੋ, ਥੋੜੀ 60 ਦਾ ਕਰ ਲਓ। ਪਰ ਕਿਸਾਨਾਂ ਦਾ ਤੁਸੀਂ ਦਲੇਰੀ ਦੇ ਨਾਲ
ਤਿੰਨੇ ਕਾਨੂੰਨ ਵਾਪਸ ਲੈ ਕੇ ਚੌਥਾ ਕਾਨੂੰਨ ਕਿ MSP ਲਾਜ਼ਮੀ ਮਿਲੂਗੀ, ਉਹ ਕਰ ਲਓ। ਗਾਹੇ ਬਗਾਹੇ ਗੱਲਾਂ ਉੱਡ ਰਹੀਆਂ, ਗੱਲਾਂ ਲੀਕ ਵੀ ਕੀਤੀਆਂ ਜਾ ਰਹੀਆਂ, ਝੂਠੇ ਪਿੱਛੇ ਸੱਚੇ ਸਿੱਧੇ ਫੋਨ ਵੀ ਕੀਤੇ ਜਾ ਰਹੇ ਆ, ਚੋਗਾ ਪਾ ਕੇ ਦੇਖਿਆ ਜਾ ਰਿਹਾ। ਸਿੱਧਾ ਕੋਈ ਆਪਣੇ ਹੀ ਲੋਕ ਆ, ਕੋਈ ਵਿਦੇਸ਼ੀਆਂ ਦੇ ਸਾਹਮਣੇ ਨੱਕ ਕੱਟਿਆ ਜਾ ਰਿਹਾ ਤੁਹਾਡਾ। ਇਹ ਤੁਹਾਡੇ ਵੋਟਰ ਆ, ਤੁਹਾਡੇ ਅੰਨਦਾਤਾ ਆ, ਇਹ ਧਰਤੀ ਪੁੱਤਰ ਹੈਗੇ ਆ, ਇਹ ਲੋਕ ਆ ਜਿਨ੍ਹਾਂ ਦੇ ਇਹ ਲੋਕ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਸਰਕਾਰਾਂ ਦੇ ਸਿਰ ਦੇ ਤਾਜ ਹੋਣੇ ਚਾਹੀਦੇ ਆ। ਤੁਹਾਡੇ ਡੰਡੇ ਖਾਣ ਵਾਂਗੂ ਖੋਤੇ ਥੋੜੀ ਆ ਕਿ ਜਿਹਨਾਂ ਨੂੰ ਰੋਜ਼ ਤੁਸੀਂ ਡੰਡੇ ਮਾਰਦੇ ਹੋ, ਕਦੇ ਜੇਲ੍ਹਾਂ 'ਚ ਕਦੇ ਕੇਸ ਬਣਾਉਣੇ, ਕਦੇ ਕੁਛ ਕਰਦੇ। ਇਹ ਨਹੀਂ ਚੱਲੂਗਾ। ਤੇ ਕੁੱਲ ਮਿਲਾ ਕੇ ਮੈਂ ਇੰਨੀ ਗੱਲ ਹੀ ਕਹਿਣਾ ਕਿ ਜਿਸ ਤਰੀਕੇ ਨਾਲ ਦਬਾਅ ਪਾ ਕੇ ਸਰਕਾਰ ਦਬਾ ਕੇ ਨਹੀਂ ਪਾਇਆ ਤੇ ਕਾਂਗਰਸ ਦੇ ਅੰਦਰੋਂ ਹੀ ਪਵਾਇਆ ਕਿਹਨੇ? ਕਿਸਾਨਾਂ ਨੇ, ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬਾਹਰ ਡੰਡੇ ਲੈ ਕੇ ਬੈਠੇ ਆ। ਇਸ ਤਰੀਕੇ ਨਾਲ ਜਦੋਂ ਹੁਣ ਸਰਕਾਰ ਨੂੰ ਚਲਾਉਣ ਦਾ ਸਟੀਅਰਿੰਗ ਤੇ ਜਿਹੜੇ ਵੀਲ ਤੇ ਬੈਠੇ ਸਰਦਾਰ ਚਰਨਜੀਤ ਸਿੰਘ ਚੰਨੀ, ਕੈਬਨਿਟ ਸਾਰੇ ਬੈਠੇ ਆ, ਪਰ ਪਿੱਛੋਂ ਜਿਹੜੀ ਹੈ ਸਪੀਡ ਗੱਡੀ ਦੀ ਕਿੱਧਰ ਨੂੰ ਹੈ, ਗੱਡੀ ਕਿੱਧਰ ਨੂੰ ਲੈ ਕੇ ਜਾਣੀ ਹੈ, ਕੀ ਕਰਨਾ ਕੀ ਨਹੀਂ ਕਰਨਾ, ਉਹ ਜਨਤਾ ਦੇ ਹੱਥ ਆ, ਕਿਸਾਨਾਂ ਦੇ ਹੱਥ ਆ। ਇਸ ਲਈ ਇਹ ਉਹਨਾਂ ਤੋਂ ਉੱਤੇ ਆ। ਮੈਂ ਤੇ ਇਹ ਸਲਾਹ ਦਊਂਗਾ ਅੱਜ ਦੇ ਹਾਲਾਤ ਨੂੰ, ਅੱਜ ਦੇ ਇੰਸੀਡੈਂਟ ਨੂੰ ਦੇਖ ਕੇ, ਕਿ ਆਉਣ ਵਾਲੇ ਸਮੇਂ 'ਚ ਕਾਨੂੰਨ ਵਾਪਸ ਲੈਣ ਤੋਂ ਬਾਅਦ ਵੀ ਇਹ ਲੋਕ ਬਾਜ ਆਉਣ ਵਾਲੇ ਨਹੀਂ ਹੈ। ਇਹ ਕੋਈ ਨਾ ਕੋਈ ਟਿੰਡ ਚਕਾਨਾ ਪਾ ਕੇ ਰੱਖਣਗੇ। ਇਹ ਜਿਹੜੀ ਹੁਣ ਵਾਲੀ ਲੀਡਰਸ਼ਿਪ ਆ, ਉਹਨਾਂ ਨੇ ਤਹਈਆ ਕਰ ਲਿਆ ਕਿ ਸਾਰਾ ਕੁਝ ਵੇਚ ਦੇਣਾ, ਕਿਸਾਨਾਂ ਦੀਆਂ ਜ਼ਮੀਨਾਂ ਵੀ ਕਾਰਪੋਰੇਟਾਂ ਨੂੰ ਵੇਚ ਕੇ ਜਾਣਗੇ। ਇਹ ਗੱਲ ਮੈਂ ਤੁਹਾਨੂੰ ਪੱਕੀ ਕਹਿਣਾ, ਇਹ ਇੰਨਾ ਸੌਖਾ ਕੰਮ ਨਹੀਂ। ਇਸ ਲਈ ਉਹ ਮੇਰਾ ਖਿਆਲ ਹੈ ਜਿੱਧਰ ਐਨਰਜੀ ਲਾਉਣ ਜ਼ਿਆਦਾ, ਜਿੰਨਾ ਇਹਨਾਂ ਦੇ ਚਿਹਰੇ ਸਾਰੇ ਦੇਸ਼ ਤੇ ਵਿਦੇਸ਼ਾਂ 'ਚ ਉੱਚੇ ਸਤਵੇਂ ਅਸਮਾਨ ਤੱਕ ਹਰਮਨ ਪਿਆਰੇ ਹੋਏ ਆ, ਇੰਨੇ ਉਚਾਈਆਂ ਤੇ ਚਲੇ ਗਏ ਆ, ਉਹ ਸਾਰੇ ਦੇਸ਼ ਵਿੱਚ ਗੱਡੀਆਂ ਲੈ ਕੇ ਜਾਣ। ਬੇਨਤੀ ਕਰਨ ਹੋਰ ਭਰਾਵਾਂ ਨੂੰ ਦੇਸ਼ ਵਿਦੇਸ਼ ਵਿੱਚੋਂ ਕਿ ਸਾਨੂੰ ਜੇ ਫੰਡ ਦੀ ਲੋੜ ਆ ਉਹ ਵੀ ਲੈਣ। ਜਿਹਨੇ ਜਹਾਜ਼ ਤੇ ਜਾਣਾ ਜਹਾਜ਼ ਤੇ ਜਾਵੇ, ਜੇ ਨਹੀਂ ਗੱਡੀ ਤੇ ਜਾ। ਕਈਆਂ ਦੀ ਸਿਹਤ ਠੀਕ ਨਹੀਂ। ਇਸ ਮੂਵਮੈਂਟ ਨੂੰ ਪੂਰੇ ਦੇਸ਼ ਦੇ ਵਿੱਚ ਇੱਕ ਵੱਡੇ ਇਨਕਲਾਬ ਲਈ, ਜਨਤਾ ਨੂੰ ਤਿਆਰ ਕਰਨ ਲਈ ਇੱਧਰ ਨੂੰ ਜਾਣ, ਨਾ ਕਿ ਇੱਕ ਅਸੈਂਬਲੀ 'ਚ ਵੜਨ ਲਈ ਆਪਣੀ ਪ੍ਰਾਇੋਰਟੀ ਬਣਾ ਲੈਣ। ਜੇ ਇੱਧਰ ਨੂੰ ਚੱਲ ਪਏ, ਇਹ ਗਧੇ ਅੱਗੇ ਗਾਜਰ ਟੰਗਣ ਵਾਲੀ ਗੱਲ ਆ। ਸਾਰੀ ਬੀਜੇਪੀ ਤੇ ਹੋਰ ਪਾਰਟੀਆਂ ਵੀ ਇਹ ਬਿਲਕੁਲ ਚਾਹੁੰਦੀਆਂ ਆ, ਸੁਖਵਿੰਦਰ, ਇਹ ਚਾਹੁੰਦੀਆਂ ਸੁਖਵਿੰਦਰ ਜੀ ਕਿ ਇਹ ਆਉਣ ਇਸ ਮੈਦਾਨ 'ਚ, ਨਾਲੇ ਤੇ ਇਹਨਾਂ ਦੀ ਫੱਟੀ ਪੋਚ ਕੇ ਦੱਸੀਏ ਕਿ ਸਾਡੇ ਮੁਕਾਬਲੇ ਤੁਸੀਂ ਕਿਵੇਂ ਆਓਗੇ, ਤੇ ਨਾਲੇ ਗਾਂ ਤੋਂ ਇਹ ਆਪਣੇ ਆਪ 'ਚ ਵੰਡੇ ਜਾਣ, ਇੱਕ ਦੂਜੇ ਦੇ ਵਿਰੋਧੀ ਹੋ ਜਾਣ। ਤੇ ਜਿਹੜੀ ਸਾਰੀ ਮੂਵਮੈਂਟ ਦਾ ਹੁਣ ਉਛਾਲਾ ਆਇਆ, ਇੱਕ ਲੋਕਾਂ 'ਚ ਹਰਮਨ ਪਿਆਰਤਾ ਬਣੀ ਆ, ਇੱਕ ਉਹਨਾਂ ਦਾ ਰੈਪੂਟੇਸ਼ਨ ਬਣਿਆ, ਉਸ ਨੂੰ ਛਿਨ-ਬਿਨ ਕਰ ਦਿੱਤਾ ਜਾਏ, ਇਹ ਉਹਨਾਂ ਦੀ ਪਲੈਨਿੰਗ ਹੈ। ਹਾਂਜੀ ਸੁਖਵਿੰਦਰ, ਬਿਲਕੁਲ ਇਸ ਨੂੰ ਇਸ ਪੱਖ ਤੋਂ ਵੀ ਸਮਝਿਆ ਜਾ ਸਕਦਾ। ਬਾਖੂਬੀ ਤੁਸੀਂ ਸਮਝਾਇਆ। ਇੱਕ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਰਾਜਾ ਵੜਿੰਗ ਹੁਣੀ ਬੱਸਾਂ 'ਚ ਜਾ ਰਹੇ ਨੇ, ਕਿਤੋਂ ਖੋਕੇ ਪੱਟ ਲਏ, ਕਿਤੋਂ ਕਹਿ ਦਿੱਤਾ ਕਿ ਤੰਬਾਕੂ ਦੇ ਪੋਸਟਰ ਨਹੀਂ ਲੱਗਣੇ। ਹੋਰ ਮੰਤਰੀ ਵੀ ਜਾਣਗੇ, ਖੱਡਾਂ ਖੁੱਡਾਂ ਦੇ ਉੱਤੇ ਗੇੜਾ ਗੂੜਾ ਲਾਉਣਗੇ। ਪਰ ਗੱਲ ਤਾਂ ਇਹ ਆ ਕਿ ਜਿਹੜੇ ਅਸਲ ਕੰਮ ਕਰਨ ਵਾਲੇ ਨੇ, ਤੁਸੀਂ ਇਹ ਵੀ ਕਰੋ, ਵੈਲਕਮ ਆ, ਬਾਕੀ ਕੰਮ ਵੀ ਕਰੋ ਜਿਹਦੇ ਵਿੱਚ ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਰੇਤ ਮਾਫੀਆ, ਉਹਦੇ ਤੇ ਕੰਟਰੋਲ ਕਿੱਦਾਂ ਕਰਨਾ। ਨਿੱਕੇ ਮੋਟੇ ਕੰਮ ਕਰਕੇ ਤੁਸੀਂ ਲੋਕਾਂ ਦੀ ਵੀ ਥੋੜੀ ਬਹੁਤੀ ਪਛਾਣ ਬਣਾ ਲਓਗੇ। ਚੰਨੀ ਸਾਹਿਬ ਹੋਰਾਂ ਦੀ ਸਰਕਾਰ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਇਸ ਗੱਲ ਦੀ ਹੈ ਕਿ ਦਿਨ ਗਿਣਤੀ ਦੇ ਹੀ ਨੇ, ਕੋਈ ਪਤਾ ਨਹੀਂ ਕਦੋਂ ਕੈਪਟਨ ਸਾਹਿਬ ਕਿਸ ਤਰ੍ਹਾਂ ਕਿਵੇਂ ਪਲਟ ਫੇਰ ਹੋ ਸਕਦਾ ਹੈ, ਨਵਜੋਤ ਸਿੱਧੂ ਕੀ ਲੈ ਆਉਣ ਜਾਂ ਫਲੋਰ ਟੈਸਟ ਦੇ ਵਿੱਚ ਕੀ ਕੁਝ ਨਿਕਲਣਾ ਹੈ। ਮੈਂ ਪ੍ਰੋਫੈਸਰ ਸਾਹਿਬ ਇਸ ਪਾਸੇ ਵੱਲ ਆਉਣਾ ਸੀ ਕਿ ਉਪ ਮੁੱਖ ਮੰਤਰੀ, ਗ੍ਰਹਿ ਮੰਤਰੀ ਜਿਹੜੇ ਸੁਖਜਿੰਦਰ ਰੰਧਾਵਾ ਨੇ, ਉਹ ਕਹਿੰਦੇ ਕਿ ਕਿਸੇ ਵੀ ਜ਼ਿਲ੍ਹੇ ਦੇ ਵਿੱਚ, ਮੈਂ ਜਿਵੇਂ ਦੱਸ ਰਿਹਾ ਸੀ ਕਿ ਝੋਨੇ ਦੇ ਟਰੱਕ ਜੇ ਫੜੇ ਗਏ ਤੇ ਬਾਹਰਲੇ ਸੂਬਿਆਂ ਤੋਂ ਆਏ ਹੋਏ ਤਾਂ ਉਹ ਜ਼ਿੰਮੇਵਾਰ ਨੇ। ਇਹਨੂੰ ਕਿੱਦਾਂ ਦੇਖੀਏ ਕਿ ਪਹਿਲਾਂ ਵੀ ਫੜੇ ਜਾਂਦੇ, ਉਦੋਂ ਵੀ ਸਵਾਲ ਉੱਠਦੇ ਵੀ ਨੁਕਸਾਨ ਕਿਸਾਨਾਂ ਦਾ ਹੁੰਦਾ। ਮੈਂ ਦੱਸਦਾ ਹਾਂ ਤੁਹਾਨੂੰ, ਇਹ ਦੇਖੋ ਕਿਸਾਨਾਂ ਦਾ ਕਸੂਰ ਨਹੀਂ ਹੈ, ਨਾ ਸਾਡੇ ਕਿਸਾਨ ਵੀਰਾਂ ਦਾ ਦੂਜੇ ਸੂਬਿਆਂ ਵਾਲਿਆਂ ਦਾ ਕਸੂਰ ਆ। ਪੰਜਾਬ ਦੇ ਵਿੱਚ ਜਿਹੜੀ ਸਾਰੀ ਖਰੀਦ ਆ ਤੇ ਹਰਿਆਣੇ 'ਚ ਵੀ ਮਿਨੀਮਮ ਸਪੋਰਟ ਪ੍ਰਾਈਸ ਜਿਹਨੂੰ MSP ਆ ਉਹਦੇ ਤੇ ਹੁੰਦੀ ਆ। ਹਰਿਆਣੇ 'ਚ ਇਹਨਾਂ ਨੇ ਕੀ ਕੀਤਾ ਕਿ ਤੁਹਾਡੀ ਜਿਹੜੀ ਪਹਿਲਾਂ ਝੋਨਾ ਤੁਸੀਂ ਕਿੰਨਾ ਬੀਜਿਆ ਉਹ ਨੈਟ ਤੇ ਵੈਬਸਾਈਟ ਤੇ ਪਊਗਾ, ਉਹਦੀ ਇੱਕ ਐਵਰੇਜ ਕੱਢੀ ਜਾਊਗੀ ਕਿ ਇੰਨਾ ਕੁ ਝਾੜ ਐਵਰੇਜ ਹੈਗਾ, ਉਸ ਏਕੜੇਜ ਦੇ ਹਿਸਾਬ ਨਾਲ ਉਨਾ ਹੀ ਝੋਨਾ ਤੁਹਾਡਾ ਖਰੀਦਿਆ ਜਾਊ, ਉਨੀ ਕਣਕ ਖਰੀਦੀ ਜਾਊ ਜਿੰਨਾ ਤੁਸੀਂ ਆਪਣਾ ਖੇਤ ਉੱਥੇ ਵੈਬਸਾਈਟ ਤੇ ਦਰਜ ਕਰਵਾਇਆ ਜੀ। ਇਹ ਜ਼ਰੂਰਤ ਬਣਾਤੀ ਹੈ ਕਿ ਦਰਜ ਕਰਾਉਣਾ ਜ਼ਰੂਰੀ ਹੈਗਾ।
ਅੱਛਾ, ਇਸੇ ਗੱਲ ਨੂੰ ਹੀ ਸਾਡੇ ਖੇਤ ਖਤੌਨੀ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਇਕੱਠੇ ਕਰਨੇ ਸ਼ੁਰੂ ਕੀਤੇ ਆ ਕਿ ਤੁਸੀਂ ਇੱਥੇ ਇਹਨਾਂ ਨੂੰ ਇਕੱਠੇ ਕਰੋ। ਤੇ ਉਹਦਾ ਮਤਲਬ ਇਹ ਹੈ ਕਿ ਜਿਹੜੇ ਬਾਹਰੋਂ ਕੋਈ ਝੋਨਾ ਜਾਂ ਕਣਕ ਜਾਂ ਹੋਰ ਕੋਈ ਫਸਲ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼ ਜਾਂ ਬਿਹਾਰ ਵਿੱਚੋਂ ਆ ਰਹੀ ਹੈ ਇਹਨਾਂ ਮੰਡੀਆਂ 'ਚ, ਕਿਉਂਕਿ ਇੱਥੇ ਭਾਅ ਚੰਗਾ ਮਿਲਦਾ, ਉਹ ਬੰਦ ਹੋ ਜੇ। ਸਰਕਾਰਾਂ ਦਾ ਤੇ ਮਤਲਬ ਹੈ ਸਰਕਾਰ ਆਪਣੇ ਪੈਸੇ ਨਹੀਂ ਖਰਚਣਾ ਚਾਹੁੰਦੀ, ਹਾਲਾਂਕਿ ਉੱਥੇ ਦੇ ਕਿਸਾਨ ਵੀ ਤੇ ਆਪਣੇ ਹੀ ਕਿਸਾਨ ਆ, ਕਿਤੇ ਕੋਈ ਵਿਦੇਸ਼ਾਂ ਦੇ ਕਿਸਾਨ ਥੋੜੀ ਹੈ। ਬਿਲਕੁਲ। ਹਾਂ, ਇਸ ਲਈ ਸੁਖਵਿੰਦਰ, ਪਿਛਲੇ ਸਾਲ ਮੈਨੂੰ ਯਾਦ ਆ ਕਿ ਝੋਨੇ ਵੇਲੇ ਕਰੀਬ 10,000 ਕਰੋੜ ਦਾ ਵੱਧ ਝੋਨਾ ਸਾਡੀਆਂ ਮੰਡੀਆਂ 'ਚ ਖਰੀਦਿਆ ਗਿਆ, ਉਹ ਜਿਹੜਾ ਬਾਹਰੋਂ ਆਇਆ ਸੀਗਾ। ਅੱਛਾ, ਉਹਦਾ ਸਾਨੂੰ ਕੀ ਫਾਇਦਾ ਹੋਇਆ ਕਿ ਮੰਡੀ ਨੂੰ ਸ਼ਾਇਦ 500-700 ਕਰੋੜ ਰੁਪਏ ਦਾ ਫਾਇਦਾ ਮੰਡੀ ਬੋਰਡ ਨੂੰ ਹੋ ਗਿਆ, ਆੜਤੀਆਂ ਨੂੰ ਕਾਫੀ ਫਾਇਦਾ ਹੋ ਗਿਆ ਤੇ ਉਹਨਾਂ ਵਪਾਰੀਆਂ ਨੂੰ ਵੀ ਹੋ ਗਿਆ, ਟਰਾਂਸਪੋਰਟਰਾਂ ਨੇ ਜਿਹੜਾ ਬਾਹਰੋਂ ਝੋਨਾ ਲੈ ਕੇ ਆਏ ਉਹਨਾਂ ਨੂੰ ਵੀ ਫਾਇਦਾ ਹੋ ਗਿਆ। ਤੇ ਜਿਹੜੀ ਸਰਕਾਰ ਸਮਝਦੀ ਹੈ, ਉਹ ਸਮਝਦੀ ਹੈ ਕਿ ਜਿਹੜੇ ਬਾਹਰ ਦੇ ਕਿਸਾਨ ਉਹਦੇ ਕਿਸਾਨ ਨਹੀਂ, ਸਿਰਫ ਇਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੇ ਲੜ ਭਿੜ ਕੇ ਆਪਣੇ ਕੀਤੇ ਹੋਏ ਆ, ਬਣਾਏ ਹੋਏ ਆ ਕਾਨੂੰਨ ਤੇ ਜਾਂ MSP ਤੇ ਮੰਡੀ ਬੋਰਡ ਬਣਾ ਕੇ ਖਰੀਦਦੇ ਆ, ਅਸੀਂ ਸਿਰਫ ਤੇ ਸਿਰਫ ਉਹਨਾਂ ਦਾ ਹੀ ਖਰੀਦਾਂਗੇ, ਬਾਹਰੋਂ ਕਿਸੇ ਦਾ ਨਹੀਂ ਖਰੀਦਾਂਗੇ। ਉਹਨਾਂ ਨੇ ਦੱਸੋ ਰੱਬ ਦੇ ਮਾਂ ਮਾਰੇ ਹੋਏ ਆ, ਉਹ ਵੀ ਤੇ ਰੱਬ ਦੇ ਹੀ ਆ, ਉਹ ਵੀ ਤੇ ਦੇਸ਼ੀ ਆ। ਉਂਝ ਸਾਰੀ ਦਿਹਾੜੀ ਮੂੰਹ ਨਹੀਂ ਥੱਕਦਾ RSS ਦਾ ਤੇ BJP ਦਾ ਤੇ ਵਿੱਚੇ ਮੋਦੀ ਦਾ, ਵਿੱਚ ਅਮਿਤ ਸ਼ਾਹ ਦਾ। ਇਹ ਇੱਕ ਭਾਰਤ, ਇੱਕ ਕਾਨੂੰਨ, ਇੱਕ ਸੰਵਿਧਾਨ, ਇੱਕ ਨਿਸ਼ਾਨ, ਇੱਕ ਜ਼ੁਬਾਨ, ਇੱਕ ਕਰਦਿਆਂ ਇੱਕ ਟੈਕਸ, ਇੱਕ ਕਾਰਡ ਬਣਾਉਣਾ ਸਾਰਿਆਂ ਦਾ, ਇਲੈਕਸ਼ਨ ਕਾਰਡ ਵੀ, ਯਾਨੀ ਜੋ ਵੀ ਜਿੰਨੀ ਵੀ ਕਿਸਮ ਦਾ ਇੱਕ ਕਰਦੇ ਆ। ਤੇ ਜਦੋਂ ਇਹ ਆਉਂਦਾ ਵੀ ਮੰਡੀ ਸਾਰਿਆਂ ਦੀ, ਚਲੋ ਜਿੱਥੇ ਮਰਜੀ, ਜਦ ਤੁਸੀਂ ਕਹਿ ਹੀ ਦਿੱਤਾ ਕਿ ਹੁਣ ਜਿਹੜਾ ਮਰਜੀ ਜਿੱਥੇ ਮਰਜੀ ਵੇਚੇ, ਸਾਰੀ ਮੰਡੀ ਇੱਕ ਆ, ਇਹ ਕਹਿੰਦੇ ਆ ਨਾ ਕਾਨੂੰਨਾਂ ਦੇ ਮੁਤਾਬਕ, ਫਿਰ ਉਹਨਾਂ ਨੂੰ ਵੇਚਣ ਦਿਓ, ਉਹ ਆਉਂਦੇ ਤੇ ਵੇਚਣ ਦਿਓ। ਰੰਧਾਵਾ ਸਾਹਿਬ ਨੂੰ ਵੀ ਨਹੀਂ, ਰੰਧਾਵਾ ਸਾਹਿਬ ਤਾਂ ਕਹਿੰਦੇ ਕਿ SSP ਦੀ ਜਾਂ SP ਦੀ ਜ਼ਿੰਮੇਵਾਰੀ ਉਹ ਇਸ ਕਰਕੇ ਉਹ ਡਰ ਦੇ ਮਾਰੇ ਕਹਿ ਰਹੇ, ਇੰਜ ਨਾ ਹੋਵੇ ਬਾਹਰ ਲੈ ਕੇ ਆਪਣਾ ਝੋਨਾ ਵੇਚ ਜਾਣ ਤੇ ਸਾਡੇ ਜਿਹੜੇ ਇੱਥੇ ਦੇ ਬੰਦੇ ਹੈਗੇ ਆ ਉਹਨਾਂ ਦਾ ਰਹਿ ਜਾਵੇ, ਉਹ ਤੇ ਇਸ ਕਰਕੇ ਕਹਿ ਰਹੇ ਆ। ਪਰ ਮੈਨੂੰ ਲੱਗਦਾ ਇਹਦਾ ਦਬਾਅ ਉਲਟਾ ਪਾਉਣਾ ਚਾਹੀਦਾ ਵੀ ਜਦ ਇੱਕ ਮੰਡੀ ਬਣਾ ਹੀ ਦਿੱਤੀ, ਜਿਹੜਾ ਮਰਜ਼ੀ ਜਿੱਥੇ ਮਰਜ਼ੀ ਵੇਚੇ, ਤੇ ਘੱਟੋ ਘੱਟ ਇਹ ਸਾਲ ਦੇ ਤੇ ਮੌਜਾਂ ਕਰਵਾ ਦਿਓ ਸਾਰੇ ਕਿਸਾਨਾਂ ਨੂੰ। ਕਿਸਾਨ ਆ ਕੇ ਆਪ ਖੁਦ ਯੂਪੀ ਦੇ, ਪੱਛਮੀ ਯੂਪੀ ਦੇ, ਜਿੱਥੇ ਮਰਜ਼ੀ ਵੇਚਣ, ਜਿੱਥੇ ਉਹਨਾਂ ਨੂੰ ਜ਼ਿਆਦਾ ਪੈਸਾ ਮਿਲੂਗਾ। ਜੇ ਪੰਜਾਬ 'ਚ ਮਿਲਦਾ, ਪੰਜਾਬ ਨੂੰ ਤੇ ਇਸ ਗੱਲ ਦਾ ਫਾਇਦਾ ਹੈ ਆ, ਸਾਡੇ ਆੜਤੀਆਂ ਨੂੰ ਫਾਇਦਾ, ਉਹਨਾਂ ਨੂੰ ਆੜਤ ਮਿਲ ਜਾਂਦੀ ਹੈ, ਸਾਡੀਆਂ ਸੈਲਰਾਂ ਨੂੰ ਵੀ ਫਾਇਦਾ, ਸਾਡੇ ਮੰਡੀ ਬੋਰਡ ਨੂੰ ਵੀ ਫਾਇਦਾ, ਤੇ ਹਰਿਆਣੇ 'ਚ ਵੀ ਅਸੀਂ ਤੇ ਕਹਿੰਦੇ ਇਹੋ ਹੀ ਕਾਰਨ ਜਿੱਥੇ ਵੀ ਆ। ਮੈਂ ਇਹ ਕਹਿਣਾ ਕਿ ਹਰ ਕਿਸਾਨ ਦਾ ਜਦ 23 ਫਸਲਾਂ ਦੀ MSP ਸਰਕਾਰ ਸਮੁੱਚੇ ਦੇਸ਼ ਲਈ ਤੈਅ ਕਰਦੀ ਹੈ, ਫਿਰ ਖਰੀਦੀ ਕਿਉਂ ਨਹੀਂ ਉਹਦੇ ਤੇ ਪਈ? ਉਹ ਵਿਚਾਰੇ ਉੱਥੇ ਉਹਨਾਂ ਨੂੰ ਜਿਹੜੀ ਫਸਲ ਦੀ ਕੀਮਤ 1800-1900 ਵਾ, ਉਹਨਾਂ ਨੂੰ ਆਪਣੇ ਸੂਬਿਆਂ 'ਚ ਈਸਟਰਨ ਯੂਪੀ ਜਾਂ ਮੱਧ ਪ੍ਰਦੇਸ਼ ਜਾਂ ਖਾਸ ਕਰ ਬਿਹਾਰ ਦੇ ਵਿੱਚ 800-900 ਰੁਪਇਆ ਮਿਲਦਾ, ਅੱਧਾ ਭਾਵ ਨਹੀਂ ਮਿਲਦਾ, 45% ਮਿਲਦਾ ਜਿਹੜਾ MSP ਦਾ। ਫਿਰ ਉਹ ਭਾਅ ਕਾਹਦਾ ਆ ਜਦ ਖਰੀਦਣਾ ਹੀ ਨਹੀਂ? ਫਿਰ ਭਾਅ ਭਾਵੇਂ ਤੁਸੀਂ 10,000 ਰੁਪਇਆ ਕੁਇੰਟਲ ਰੱਖ ਦਿਓ, ਉਹਦਾ ਕੀ ਫਾਇਦਾ? ਇਹ ਸਾਰੀ ਜਿਹੜੀ ਧਾਂਦਲੀਬਾਜ਼ੀ ਹੋ ਰਹੀ ਆ, ਔਰ ਉਸ ਧਾਂਦਲੀ ਨੂੰ ਹੋਰ ਆ ਕਾਨੂੰਨ ਲਿਆ ਕੇ ਵਧਾਉਣਾ ਚਾਹੁੰਦੇ ਆ, ਔਰ ਪੰਜਾਬ ਤੇ ਹਰਿਆਣੇ ਦੇ ਪੈਰਾਂ ਹੇਠੋਂ ਉਹ ਮਿੱਟੀ ਖਿਸਕਾਉਣਾ ਚਾਹੁੰਦੇ ਆ। ਇਹ ਹਮਲਾ ਇਸੇ ਕਰਕੇ ਇੱਥੇ ਰੋਸ ਜ਼ਿਆਦਾ, ਕਿਉਂਕਿ ਹਮਲਾ ਸਿੱਧਾ ਹੈ ਹੀ ਇੱਥੇ, ਕਿਉਂਕਿ ਉਹ ਲਾਹਾ ਸਾਰਾ ਜਿਹੜਾ ਮਿਲ ਰਿਹਾ ਉਹ ਇਸੇ ਰੀਜਨ 'ਚ ਮਿਲ ਰਿਹਾ, ਹੋਰ ਕਿਤੇ ਦੇਸ਼ 'ਚ ਦੇ ਹੀ ਨਹੀਂ ਰਹੇ। ਇਸੇ ਕਰਕੇ ਮੇਰਾ ਖਿਆਲ ਹੈ ਕਿ ਜਿਹੜੇ ਸਾਡੇ ਕਿਸਾਨ ਵੀਰ ਆ, ਉਹਨਾਂ ਨੂੰ ਵੱਡੇ ਪੱਧਰ ਤੇ ਮੁਹਿੰਮ ਜਾਰੀ ਕਰਕੇ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਕਰਕੇ ਇਸ ਲੈਵਲ ਤੇ ਪੱਧਰ ਤੇ ਲੈ ਆਉਣਾ ਚਾਹੀਦਾ ਕਿ MSP ਹਰ ਇੱਕ ਨੂੰ ਮਿਲੇ, ਕੱਲੀ ਤੈਅ ਹੀ ਨਾ ਹੋਵੇ। ਉਹ ਆਪਣੇ ਸਟੇਟ ਬੋਰਡ ਬਣਾਉਣ, ਜਿਤਨਾ ਅਸੀਂ ਮੰਡੀ ਬੋਰਡ ਬਣਾਇਆ ਉੱਥੇ ਵੀ ਮੰਡੀ ਬੋਰਡ ਬਣ, ਤੇ ਇਹ ਇੱਕ ਗਰੰਟੀ ਸ਼ੁਦਾ ਹੋਵੇ, ਤਾਂ ਹੀ ਸਾਡੇ ਦੇਸ਼ ਦਾ ਕਿਸਾਨ ਬਚੂਗਾ, ਤਾਂ ਹੀ ਸਾਡੇ ਦੇਸ਼ ਦੀ ਅਰਥ ਵਿਵਸਥਾ ਚੱਲੂਗੀ। ਨਹੀਂ ਤੇ ਜਿਵੇਂ ਢਹਿ ਢੇਰੀ ਹੁਣ ਹੋ ਰਹੀ ਹੈ, ਜਿੰਨੀ ਬੇਰੁਜ਼ਗਾਰੀ ਆ, ਇਹ ਸਾਰਾ ਕੁਝ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਨਾ ਗਿਆ ਤੇ ਹੋਰ ਵੱਡੇ ਪੱਧਰ ਤੇ ਇੱਥੇ ਹਾਹਾਕਾਰ ਮਚੂਗੀ, ਮਹਿੰਗਾਈ ਵਧੂਗੀ, ਬੁਰਾ ਹਾਲ ਹੋਊਗਾ। ਪਹਿਲਾਂ ਹੀ ਤੇਲ ਨੇ ਸਾਰੇ ਪਾਸੇ ਜਿਹੜੇ ਆ ਕੀਮਤਾਂ ਨੇ ਅੱਗ ਲਾਈ ਹੋਈ ਆ। ਇਸ ਕਰਕੇ ਰੰਧਾਵਾ ਜੀ ਹੋਮ ਮਿਨਿਸਟਰ ਕਹਿ ਰਹੇ ਆ ਡਰਦੇ ਮਾਰੇ ਲੋਕਾਂ ਤੋਂ, ਕਿਸਾਨਾਂ ਤੋਂ, ਕਿ ਬਾਹਰਲੇ ਬੰਦੇ ਜੇ ਇੱਥੇ ਆ ਗਏ ਤੇ ਸਾਡਾ ਝੋਨਾ ਖਰੀਦਣ ਤੋਂ ਰਹਿ ਨਾ ਜਾਏ। ਜੇ ਖਰੀਦਣ ਤੋਂ ਰਹਿ ਗਿਆ, ਅੱਗੇ ਚੋਣਾਂ ਆ ਜਾਣੀਆਂ, ਕਣਕ ਤੇ ਹੈ ਨਹੀਂ ਗੀ, ਇਹੀ ਲਾਸਟ ਫਸਲ ਆ ਇਸ ਇਲੈਕਸ਼ਨ ਤੋਂ ਪਹਿਲਾਂ, ਤੇ ਚੋਣਾਂ ਆ ਗਈਆਂ ਤੇ ਲੋਕਾਂ ਕੋਲ ਜਵਾਬਦੇਹੀ ਨਹੀਂ ਰਹੂਗੀ। ਹਾਂਜੀ ਸੁਖਵਿੰਦਰ, ਮੇਰਾ ਆਖਰੀ ਸਵਾਲ ਪ੍ਰੋਫੈਸਰ ਸਾਹਿਬ ਹੈ, ਇਹ ਵੀ ਬੜਾ ਵੱਡਾ, ਕਿ
ਪਿੱਛੇ ਜੇ ਇੱਕ ਜਾਖੜ ਸਾਹਿਬ ਦੇ ਕਰੀਬੀ ਜਿਹੜੇ ਨੇ ਉਹ ਅਸਤੀਫਾ ਦੇ ਗਏ ਸੀਗੇ ਕਿ ਖੇਤੀਬਾੜੀ ਦੀ ਪਾਲਿਸੀ ਜਿਹੜੀ ਹੈ ਉਹ ਵਿੱਚ ਹੀ ਰੁਲ ਕੇ ਰਹਿ ਗਈ, ਬਣਾ ਕੇ ਦਿੱਤੀ ਸਰਕਾਰ ਉਹਦੇ ਧਿਆਨ ਨਹੀਂ ਦਿੰਦੀ, ਪੰਜਾਬ ਸਰਕਾਰ ਖਾਸ ਕਰ। ਨਵਜੋਤ ਸਿੱਧੂ ਹੋਰੀ ਵੀ ਕਿਸਾਨਾਂ ਦੇ ਹੱਕ 'ਚ ਬੜਾ ਕੁਝ ਬੋਲਦੇ ਨੇ, ਪਰ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਕਿਉਂ ਨਹੀਂ ਕਲੀਅਰ ਕੀਤਾ ਜਾ ਰਿਹਾ ਜੀ? ਦੇਖੋ ਇਹ ਨਾ ਐਡਾ ਘੱਲੂਘਾਰਾ ਜਿਹਾ ਹੈਗਾ। ਹੂੰ, ਸਾਡਾ ਜਦ ਤੱਕ ਢਾਂਚਾ ਸੰਘੀ ਕੰਪਲੀਟ ਰੂਪ ਚ ਨਹੀਂ ਬਣਦਾ, ਇਹ ਪਸੂੜੀ ਪਈ ਰਹਿਣੀ ਆ। ਹੂੰ, ਬੀਜੇ ਕੋਈ, ਵੱਡੇ ਕੋਈ, ਖਰੀਦੇ ਕੋਈ, ਇਹ ਜਿਹੜਾ ਸਿਸਟਮ ਬਣ ਗਿਆ। ਹੁਣ ਸਾਡਾ ਰੌਲਾ ਕੀ ਹੈ? ਕਾਨੂੰਨਾਂ ਦਾ ਰੌਲਾ ਤੇ ਇਹੀ ਹੈ ਵੀ ਸੈਂਟਰ ਦੀਆਂ ਏਜੰਸੀਆਂ ਨੇ ਖਰੀਦਣਾ ਤੇ ਸੈਂਟਰ ਨੇ ਪੈਸਾ ਐਡਵਾਂਸ ਕਰਨਾ। ਸੂਬਿਆਂ ਕੋਲ ਤੇ ਤਾਕਤ ਹੀ ਨਹੀਂ, ਨਾ ਇੰਨੀ ਸਟੋਰ ਕਰਨ ਦੀ ਹੈਗੇ ਆ, ਕਪੈਸਿਟੀ ਹੈਗੀ ਆ। ਜੇ ਸਹੀ ਮਾਇਨੇ 'ਚ ਫੈਡਰਲ ਢਾਂਚਾ ਹੋਊ ਤੇ ਹਰ ਸੂਬਾ ਆਪਣਾ ਅਨਾਜ ਪੈਦਾ ਕਰੇ, ਉਹਨੂੰ ਬ੍ਰਾਂਡ ਕਰੇ, ਬੋਰੀਆਂ 'ਚ ਬੰਦ ਕਰੇ, ਉਹਨੂੰ ਪ੍ਰੋਸੈਸ ਕਰੇ, ਆਟਾ ਬਣਾਏ, ਬ੍ਰਾਂਡ ਕਰੇ, ਕੋਆਪਰੇਟਿਵਸ ਬਣਨ, ਜਿਵੇਂ ਮਿੱਲਾਂ, ਗੰਨੇ ਦੀਆਂ ਮਿੱਲਾਂ ਦੇ ਬਣੇ ਹੋਏ ਆ, ਸਬਜ਼ੀਆਂ ਨੂੰ ਪ੍ਰੋਸੈਸ ਕਰਨ ਦੇ, ਸਬਜ਼ੀਆਂ ਨੂੰ ਗ੍ਰੇਡੇਸ਼ਨ ਕਰਨ ਦੇ, ਇਸੇ ਤਰੀਕੇ ਨਾਲ ਫਲਾਂ ਦੇ, ਫੁੱਲਾਂ ਦੇ, ਇਹ ਵੱਡੇ ਵੱਡੇ ਕੋਆਪਰੇਟਿਵਸ ਬਣਨ, ਉਹਨਾਂ ਦੀਆਂ ਬ੍ਰਾਂਡ ਹੋਣ, ਦੇਸ਼ਾਂ ਵਿਦੇਸ਼ਾਂ 'ਚ ਉਸ ਨੂੰ ਐਡਵਰਟਾਈਜ਼ ਕੀਤਾ ਜਾਏ, ਤਾਂ ਜਾ ਕੇ ਸਾਡੇ ਜਿਹੜੇ ਗਲੇ ਦੇ ਵਿੱਚ ਰੱਸੀ ਸੈਂਟਰ ਨੇ ਪਾਈ ਹੋਈ ਆ ਉਹ ਉਤਰ ਸਕਦੀ ਆ। ਅਸੀਂ ਫਿਰ ਆਪਣੀ ਤਰਜ਼ ਤੇ ਆਪਣੀ ਮਰਜ਼ੀ ਦੇ ਨਾਲ ਦੇਸ਼ ਦੇ ਵਿੱਚ ਵੀ ਵੇਚ ਸਕਦੇ ਹਾਂ ਕਿ ਸਾਡਾ ਭਾਅ ਆ ਆ। ਅਸੀਂ ਵਿਦੇਸ਼ਾਂ 'ਚ ਸਿੱਧਾ ਐਕਸਪੋਰਟ ਕਰਨ ਨੂੰ ਵੀ ਸੋਚ ਸਕਦੇ ਹਾਂ, ਭਾਵੇਂ ਅਸੀਂ ਕਰਾਚੀ ਰਾਹੀਂ, ਪਾਕਿਸਤਾਨ ਰਾਹੀਂ ਕਰੀਏ ਤੇ ਭਾਵੇਂ ਕਿੱਦਾਂ ਕਰੀਏ। ਇਹ ਜਿਹੜੀਆਂ ਗੱਲਾਂ ਵੱਡੇ ਪੱਧਰ ਤੇ, ਛੋਟੀਆਂ ਗੱਲਾਂ ਨਹੀਂ ਹੈ। ਜਿਹੜਾ ਖੋਰਾ ਪਿਛਲੇ 40-50 ਸਾਲਾਂ 'ਚ ਲਾਇਆ ਸੂਬਿਆਂ ਦੇ ਵੱਧ ਅਧਿਕਾਰਾਂ ਨੂੰ, ਤੇ ਹਰ ਜਿਹੜਾ ਸਟੇਟ ਦਾ ਐਕਟ ਸੀ ਹੌਲੀ ਹੌਲੀ ਸੈਂਟਰ ਵੱਲ ਖਿੱਚ ਕੇ ਲੈ ਗਏ। ਹੈਲਥ ਪੂਰਾ ਸਟੇਟ ਦਾ ਹੁੰਦਾ ਸੀ, ਉਹ ਸੈਂਟਰ ਵੱਲ, ਐਜੂਕੇਸ਼ਨ ਪੂਰਾ ਸਟੇਟ ਦਾ ਸੀ, ਉਹਨੂੰ ਵੀ ਸੈਂਟਰ ਦੇ ਵਿੱਚ ਕਿੰਨੇ ਕੁਛ ਸਕੀਮਾਂ ਦੇ ਨਾਂ ਦੇ ਉੱਤੇ ਲੈ ਆਏ ਆ। ਸੁਖਵਿੰਦਰ, ਇਹ ਨਾ ਸਾਰਾ ਗੁੰਝਲਦਾਰ ਤੇ ਪੇਚੀਦਾ ਮਾਮਲਾ ਹੈਗਾ। ਜੇ ਇੱਕ ਸੂਬਾ, ਭਾਵੇਂ ਪੰਜਾਬ ਹੋਵੇ ਜਾਂ ਹਰਿਆਣਾ ਹੋਵੇ ਜਾਂ ਕੋਈ ਵੀ ਸੂਬਾ, ਖੇਤੀ ਦੀ ਕੋਈ ਪਾਲਿਸੀ ਬਣਾ ਵੀ ਲਏ ਤੇ ਜੇ ਉਹਦੇ ਕੋਲ ਆਪਣੇ ਤੌਰ ਤੇ ਮੰਡੀਕਰਨ ਦੀ ਸਵੈਤਤਾ ਹੀ ਨਹੀਂ ਹੈਗੀ, ਜਾਂ ਉਹਦੇ ਕੋਲ ਆਰਥਿਕ ਸ਼ਕਤੀ ਹੀ ਨਹੀਂ ਹੈਗੀ, ਇੰਨੀ ਕੁ ਉਹਦੀ ਅਰਥ ਵਿਵਸਥਾ ਤਕੜੀ ਨਹੀਂ ਹੈਗੀ, ਕਮਜ਼ੋਰ ਕਰਤਾ, ਤਾਂ ਫਿਰ ਕਿਵੇਂ ਉਹ ਕਰ ਸਕਦਾ ਕਿ ਆਪਾਂ ਕਹੀਏ ਕਿ ਅਸੀਂ ਆਪਣੇ ਜਿਹੜੀ ਖੇਤੀ ਦੇ ਸਾਰਾ ਪ੍ਰੋਡਿਊਸ ਹੈਗੀ ਆ, ਜੋ ਵੀ ਜਿਨਸਾਂ ਪੈਦਾ ਹੁੰਦੀਆਂ, ਅਸੀਂ ਉਹਦੇ ਆਪਣੇ ਮਾਲਕ ਆ, ਅਸੀਂ ਆਪਣੀ ਮਰਜ਼ੀ ਤੇ ਕਰਾਂਗੇ। ਤੇ ਇਸ ਨੂੰ ਲੰਬਾ ਸਮਾਂ ਲੱਗੂਗਾ, ਪਰ ਇਹਦੇ ਲਈ ਫਿਰ ਵੀ ਕਿਹੜੇ ਫੇਜ਼ ਵਿੱਚ ਕਿੰਨੀ ਪਲੈਨਿੰਗ ਕਰਨੀ ਆ, ਉਹ ਮੌਕਾ ਆ ਗਿਆ ਕਿ ਕੀਤਾ ਜਾਏ। ਮੇਰੇ ਮਨ 'ਚ ਬਿਲਕੁਲ ਇਹ ਗੱਲ ਆ ਰਹੀ ਹੈ ਕਿ ਕਿਸੇ ਦਿਨ ਖੇਤੀ ਮੰਤਰੀ ਨੂੰ ਵੀ ਮਿਲਾਂਗੇ, ਕਿਉਂਕਿ ਮੈਂ ਖੁਦ BSc ਐਗਰੀਕਲਚਰ ਹੈਗਾ, ਕੋਈ ਬਿਲਕੁਲ ਆਊਟਸਾਈਡਰ ਨਹੀਂ ਹੈਗਾ, ਤੇ ਖੇਤੀ ਦੀ ਬੈਕਗਰਾਉਂਡ ਚੋਂ ਹੈ, ਤੇ ਆਪਾਂ ਮੋਟਾ ਮੋਟਾ ਸਮਝਦੇ ਹਾਂ ਕਿ ਕੀ ਇੱਥੇ ਪੰਜਾਬ ਨੂੰ ਲੋੜ ਹੈਗੀ ਹੈ, ਕਿਵੇਂ ਜਿਹੜੀ ਕੁਦਰਤੀ ਖੇਤੀ, ਜਿਹਨੂੰ ਆਰਗੈਨਿਕ ਐਗਰੀਕਲਚਰ ਕਹਿੰਦੇ ਆ, ਉਹਦੀ ਬਹੁਤ ਲੋੜ ਆ, ਉਹ ਬੜੇ ਆਰਾਮ ਨਾਲ ਕੀਤਾ ਜਾ ਸਕਦਾ। ਮੈਂ ਇੱਕੋ ਗੱਲ ਕਹਿ ਕੇ ਗੱਲ ਦਾ ਵਿਰਾਮ ਦਿੰਦਾ ਕਿ ਸਾਨੂੰ ਵੱਡੇ ਪੱਧਰ ਤੇ ਡੇਅਰੀ ਫਾਰਮ ਰੱਖਣੇ ਚਾਹੀਦੇ ਆ। ਉਹਦੇ ਨਾਲ ਕੀ ਹੋਊਗਾ, ਬਹੁਤ ਸਾਰੇ ਖੇਤ ਸਾਡੇ ਚਾਰੇ ਥੱਲੇ ਆ ਜਾਣਗੇ। ਜੇ ਸਿਆਲ ਨੂੰ ਬਰਸੀਮ ਥੱਲੇ ਆਉਣਗੇ, ਉਹ ਜ਼ਮੀਨ ਨੂੰ ਬਿਲਕੁਲ ਐਗਜ਼ਾਸਟ ਨਹੀਂ ਕਰਦੇ, ਬਰਸੀਮ ਸਗੋਂ ਜ਼ਮੀਨ ਨੂੰ ਤਕੜਾ ਕਰਦਾ। ਸਾਨੂੰ ਬਹੁਤ ਘੱਟ ਖਾਦ ਪਾਉਣ ਦੀ ਲੋੜ ਪਊਗੀ। ਜੇ ਬਾਜਰਾ, ਮੱਕੀ ਅਸੀਂ ਗਰਮੀਆਂ ਦੇ ਵਿੱਚ, ਬਰਸਾਤਾਂ 'ਚ ਬੀਜਾਂਗੇ ਵੀ, ਜਾਂ ਇਹਨਾਂ ਜਿਹੜੀ ਸਾਉਣੀ ਦੀ ਫਸਲ ਆ ਡੰਗਰਾਂ ਲਈ, ਤਾਂ ਉਹ ਵੀ ਕੋਈ ਬਹੁਤੀ ਸ਼ਕਤੀ ਨਹੀਂ ਮੰਗਦੇ, ਸੌਖੇ ਤਰੀਕੇ ਨਾਲ ਹੋ ਸਕਦਾ। ਇਹ ਜਿਹੜਾ ਕਹਿੰਦੇ ਆ ਨਾ ਕਿ ਝੋਨੇ ਤੋਂ ਛੁਟਕਾਰਾ ਪਾਉਣਾ, ਉਹ ਡੇਅਰੀ ਫਾਰਮ ਵੱਡੇ ਪੱਧਰ ਤੇ ਆਵੇ, ਡੇਅਰੀ ਫਾਰਮ ਨੂੰ ਪਲਾਨ ਕੀਤਾ ਜਾਵੇ, ਬਿਲਕੁਲ ਗੁਜਰਾਤ ਦੇ ਅਮੁਲ ਵਾਂਗੂ ਕੋਆਪਰੇਟਿਵ ਵੱਡੇ ਹੋਣ, ਕਿਹੜੇ ਕਿਹੜੇ ਕਿਵੇਂ ਬਣਾਉਣੇ ਆ। ਜਦੋਂ ਡੰਗਰ ਵੱਛਾ ਜ਼ਿਆਦਾ ਰੱਖਾਂਗੇ ਅਸੀਂ, ਤਾਂ ਉਹਨਾਂ ਦਾ ਗੋਬਰ ਵੀ ਹੋਊਗਾ, ਉਹਦੇ ਵੱਡੇ ਗੋਬਰ ਗੈਸ ਪਲਾਂਟ ਲਾਏ ਜਾਣ ਪਲੈਨਿੰਗ ਦੇ ਤਹਿਤ, ਉਹ ਪਿੰਡਾਂ ਦੇ ਵਿੱਚ ਮੁਫਤ ਦੀ ਗੈਸ ਮਿਲੂ, ਕਿਉਂਕਿ ਮੋਦੀ ਵਾਲੀ ਗੈਸ ਤੇ ਸਿਲੰਡਰ ਹੀ ਰਹਿ ਗਏ, ਉਹ ਤੇ ਹੁਣ ਲੋਕ ਉਹਦੇ ਉੱਤੇ ਬਹਿੰਦੇ ਆ, ਸਟੂਲ ਦਾ ਕੰਮ ਕਰਦੇ ਆ ਜਿਹੜੇ ਕਿਚਨ ਦੇ ਵਿੱਚ ਨਾ, ਉਹਦੇ ਤੇ ਗੈਸ ਨਹੀਂ ਹੈਗੀ ਹੈ। ਇਹਦੇ 'ਚ ਇਸੇ ਤਰੀਕੇ ਨਾਲ ਸੁਖਵਿੰਦਰ, ਉਹ ਜਦੋਂ ਸਾਰੇ ਪਿੰਡ ਨੂੰ ਕਮਿਊਨਿਟੀ ਗੈਸ ਦਾ ਬਣ ਸਕਦਾ, ਸਾਰੇ ਪਿੰਡ ਨੂੰ ਤੁਸੀਂ ਮੀਥੇਨ ਗੈਸ ਉਹਦੇ ਰਾਹੀਂ, ਗੋਬਰ ਗੈਸ ਪਲਾਂਟ ਰਾਹੀਂ ਭੇਜ ਸਕਦੇ ਆ। ਇਸੇ ਤਰੀਕੇ ਨਾਲ ਉਹ ਜਿਹੜੀ ਸਲਰੀ ਨਿਕਲੂਗੀ ਉਹਦੇ ਚੋਂ, ਉਹ ਖੇਤਾਂ 'ਚ ਪਾ ਸਕਦੇ ਆ। ਤੁਹਾਨੂੰ ਕੋਈ ਯੂਰੀਆ ਫੂਰੀਆ ਜੇ ਉਹ ਪਾਉਣ ਦੀ ਲੋੜ ਨਹੀਂ। ਤੇ ਨਾਲ ਹੀ ਜਿਹੜੀ ਬਾਕੀ ਸਾਰੇ ਕੁਝ ਕੀੜੇ ਮਾਰ ਦਵਾਈਆਂ, ਇਹ ਤੇ ਬੰਦੇ ਮਾਰ ਦਵਾਈਆਂ, ਕੀੜੇ ਮਾਰ ਨਹੀਂ। ਕੀੜਾ ਤੇ ਇੱਕ ਜਿੰਨੀ ਅਸੀਂ ਦਵਾਈ ਪਾਉਂਦੇ ਆ, ਉਹਦੇ ਨਾਲੋਂ ਕਰੋੜ
ਕਰੋੜਵੇਂ ਹਿੱਸੇ ਨਾਲ ਕੀੜਾ ਮਰ ਜਾਂਦਾ। ਅਸੀਂ ਕਰੋੜ ਗੁਣਾ ਵੱਧ ਦਵਾਈ ਜਿਹੜੀ ਆ ਉਹ ਪਾ ਦਿੰਨੇ ਆ। ਇਹ ਸਾਰਾ ਬੰਦ ਹੋਣਾ ਚਾਹੀਦਾ। ਬੰਦੇ ਥੋੜੀ ਮਾਰਨੇ, ਬੰਦੇ ਮਰ ਰਹੇ ਆ। ਸਾਡਾ ਪਾਣੀ ਸਾਰਾ ਹਵਾ ਜ਼ਮੀਨ ਤਬਾਹ ਹੋ ਚੁੱਕੀ ਆ। ਇੱਧਰ ਨੂੰ ਮੇਰਾ ਇਰਾਦਾ ਹੈ ਕਿ ਥੋੜਾ ਜਿਹਾ ਉਹਨਾਂ ਨੂੰ ਦੱਸਿਆ ਜਾਏ, ਲਾਇਆ ਜਾਏ। ਜੇ ਸੋਚ ਇੱਕ ਵਾਰੀ ਸ਼ੁਰੂ ਹੋਊਗੀ ਤੇ ਹੌਲੀ ਹੌਲੀ ਅੱਗੇ ਵਧੂ ਫੁੱਲੂਗੀ। ਕਿਸਾਨ ਜਥੇਬੰਦੀਆਂ ਨਾਲ ਵੀ ਇਹ ਸਲਾਹ ਕਰਕੇ ਇੱਧਰ ਨੂੰ ਤੋਰਨਾ ਪਊਗਾ ਸਾਨੂੰ, ਤੇ ਅਸੀਂ ਦੁਬਾਰਾ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਸਾਡੀ ਜੈਵਿਕ ਖੇਤੀ ਸੀਗੀ, ਆਰਗੈਨਿਕ ਐਗਰੀਕਲਚਰ ਸੀ, ਉਧਰ ਵੱਲ ਨੂੰ ਜਾ ਸਕਦੇ ਹਾਂ। ਤੇ ਸਾਡੀ ਸਿਹਤ ਵੀ ਬਚੂਗੀ, ਸਾਡੀ ਜ਼ਮੀਨ ਵੀ ਬਚੂਗੀ, ਸਾਡਾ ਪਾਣੀ ਵੀ ਘੱਟ ਖਰਚ ਹੋਊਗਾ, ਸਾਡਾ এনवायरमेंट ਵੀ ਬਚੂਗਾ, ਤੇ ਕੇਜਰੀਵਾਲ ਨੂੰ ਇੱਥੋਂ ਪਰਾਲੀ ਦਾ ਧੂਆਂ ਵੀ ਦਿੱਲੀ ਚ ਉਹਦੇ ਨੱਕ ਚ ਨਹੀਂ ਜਾਊਗਾ। ਹਾਂਜੀ ਸੁਖਵਿੰਦਰ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀ ਟੀਮ ਦਾ, ਸੁਖਵਿੰਦਰ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।